ਜਸਟ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ। ਤੁਸੀਂ ਵੇਖ ਰਹੇ ਹੋ ਟੂ ਦਾ ਪੁਆਇੰਟ ਦੇ ਵਿੱਚ ਅੱਜ ਗੱਲ ਪੰਜਾਬ ਦੇ ਸਿਆਸੀ ਮਾਹੌਲ ਦੀ, ਜਿਸ ਨੂੰ ਆਪਣੇ ਪੱਖ ਦੇ ਵਿੱਚ ਕਰਨ ਦੇ ਲਈ ਸਾਰੀ ਧਿਰਾਂ ਜ਼ੋਰ ਲਾ ਰਹੀਆਂ ਨੇ ਤੇ ਜ਼ੋਰ ਅਜ਼ਮਾਇਸ਼ ਤੇ ਅੱਜ ਚਰਚਾ ਇਸ ਲਈ ਕਰ ਰਹੇ ਹਾਂ ਕਿਉਂਕਿ ਅੱਜ ਬਹੁਤ ਕੁਝ ਅਜਿਹਾ ਹੈਗਾ ਜੋ ਹੋਇਆ ਸਿਆਸੀ ਧਿਰਾਂ ਦੇ ਵਿਚਾਲੇ, ਸਿਆਸੀ ਪਿੜ ਦੇ ਵਿਚਾਲੇ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਦਸਤਾਵੇਜ਼ੀ ਤੌਰ ਤੇ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਜਿਹੜੀ ਜ਼ਿਮਨੀ ਚੋਣਾਂ ਹੋਈਆਂ ਸਨ ਉਹਨਾਂ ਦੇ ਨਤੀਜੇ ਵੀ ਆ ਗਏ ਨੇ। ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਬੀਜੇਪੀ ਨੇ ਪੰਜਾਬ ਦੇ ਲਈ ਜਿਹੜਾ ਹੈਗਾ ਇੱਕ ਨਵਾਂ ਪੋਸਟਰ ਰਿਲੀਜ਼ ਕੀਤਾ ਹੈ ਤੇ ਇਸ ਸਭ ਦੇ ਵਿਚਾਲੇ ਅੱਜ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਪੰਜਾਬ ਦੇ ਲਈ ਬੀਜੇਪੀ ਦਾ ਪਲਾਨ ਕੀ। ਸੋ ਪੰਜਾਬ ਲਈ ਭਾਜਪਾ ਦਾ ਪਲਾਨ ਕੀ ਹੈਗਾ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਸਵਾਲ ਜਿਹੜਾ ਹੈਗਾ ਜਿਸ ਦਾ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ ਅਸੀਂ ਪੈਨਲ ਤੋਂ। 2022 ਦੇ ਸਿਆਸੀ ਦੰਗਲ ਦੇ ਲਈ ਭਾਜਪਾ ਨੇ ਕਿਹੜੇ ਪੱਤੇ ਤਿਆਰ ਕੀਤੇ ਨੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਔਰ ਇਹ ਸਵਾਲ ਅਹਿਮ ਕਿਉਂ ਹੈਗਾ ਹੈ। ਜਿਹੜੀ ਬੀਜੇਪੀ ਇਹ ਕਹਿੰਦੀ ਹੈ ਏਕਲਾ ਚੱਲੋ ਰੇ, ਉਹ ਪੰਜਾਬ ਦੇ ਵਿੱਚ ਗੱਠਜੋੜ ਤੋਂ ਬਾਅਦ ਇਕੱਲੇ ਕਿੰਨੇ ਤੁਰ ਸਕੇਗੀ, ਸਵਾਲ ਇਸ ਗੱਲ ਨੂੰ ਲੈ ਕੇ। ਕੈਪਟਨ ਅਮਰਿੰਦਰ ਸਿੰਘ ਤੋਂ ਜਿਹੜਾ ਭਰੋਸਾ ਮਿਲ ਰਿਹਾ ਹੈ ਕਿ ਉਹ ਸ਼ਾਇਦ ਜਾ ਸਕਦੇ ਨੇ ਜਾਂ ਨਾਲ ਤੁਰ ਸਕਦੇ ਨੇ, ਇਕੱਲਾ ਤੁਰਨ ਵਾਲੀ ਪਾਰਟੀ ਦੇ ਨਾਲ ਸ਼ਾਇਦ ਉਹ ਤੁਰ ਸਕਦੇ ਨੇ, ਇਹ ਭਰੋਸਾ ਜਿਹੜਾ ਹੈਗਾ ਕਿੰਨੀ ਤਾਕਤ ਦੇਵੇਗਾ। ਜਿਹੜਾ ਵੋਟ ਬੈਂਕ ਹੈਗਾ, ਜਿਹੜਾ ਪਹਿਲਾਂ ਸਿਰਫ 23 ਸੀਟਾਂ ਤੇ ਵੋਟਾਂ ਮੰਗਣੀਆਂ ਪੈਂਦੀਆਂ ਸੀਗੀਆਂ, 117 ਸੀਟਾਂ ਤੇ ਜਾ ਕੇ ਹੁਣ ਵੋਟਾਂ ਮੰਗਣੀਆਂ, ਉਹ ਆਪਣੇ ਆਪ ਵਿੱਚ ਚੈਲੰਜ ਉਸ ਦੇ ਲਈ ਕੀ ਹੋਏਗਾ ਤੇ ਬਾਕੀ ਧਿਰਾਂ ਜਿਹੜੀਆਂ ਹੈਗੀਆਂ ਨੇ ਉਹ ਇਸ ਨੂੰ ਕਿਸ ਤਰੀਕੇ ਦੇਖ ਰਹੀਆਂ ਨੇ, ਇਹ ਸਭ ਤੇ ਚਰਚਾ ਕਰਾਂਗੇ। ਸਾਡੇ ਨਾਲ ਖਾਸ ਪੈਨਲ ਮੌਜੂਦ ਹੈਗਾ, ਉਸ ਦੇ ਨਾਲ ਤੁਹਾਡਾ ਤਾਰੁਫ ਕਰਾ ਰਹੇ ਹਾਂ। ਸਾਡੇ ਨਾਲ ਦਿਆਲ ਸੋਢੀ ਸਾਹਿਬ ਬੀਜੇਪੀ ਦੇ ਪ੍ਰਤੀਨਿਧੀ ਵਜੋਂ ਸਾਡੇ ਨਾਲ ਮੌਜੂਦ ਨੇ। ਸੋਢੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਇਸ ਚਰਚਾ ਦੇ ਵਿੱਚ। ਸਾਡੇ ਨਾਲ ਅਰਸ਼ਪ੍ਰੀਤ ਸਿੰਘ ਖੜਿਆਲ ਸਾਹਿਬ ਕਾਂਗਰਸ ਦੇ ਪ੍ਰਤੀਨਿਧੀ ਵਜੋਂ ਸਾਡੇ ਨਾਲ ਮੌਜੂਦ ਨੇ। ਖੜਿਆਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਚਰਚਾ ਦੇ ਵਿੱਚ। ਹਰਜੀਤ ਸਿੰਘ ਭੁੱਲਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧੀ ਵਜੋਂ ਸਾਡੇ ਨਾਲ ਮੌਜੂਦ ਨੇ। ਭੁੱਲਰ ਸਾਹਿਬ ਤੁਹਾਡਾ ਵੀ ਇਸ ਚਰਚਾ ਵਿੱਚ ਸਵਾਗਤ ਹੈ। ਸਭ ਤੋਂ ਪਹਿਲਾਂ ਸੋਢੀ ਸਾਹਿਬ, ਇੱਕ ਪੋਸਟਰ ਰਿਲੀਜ਼ ਹੋਇਆ, ਮੇਰੇ ਛੋਕੜ ਵਿੱਚ ਦਰਸ਼ਕ ਵੀ ਦੇਖ ਪਾ ਰਹੇ ਨੇ, ਨਵਾਂ ਪੰਜਾਬ ਬੀਜੇਪੀ ਦੇ ਨਾਲ। ਇਹ ਨਵਾਂ ਪੰਜਾਬ ਕਿਹੜਾ ਹੈਗਾ? ਦੇਖੋ ਗਗਨ ਜੀ, ਜਦੋਂ ਚੁਣਾਵ ਆਉਂਦੇ ਨੇ ਹਰ ਪਾਰਟੀ ਆਪਣਾ ਆਪਣਾ ਏਜੰਡਾ ਲੈ ਕੇ, ਹਰ ਪਾਰਟੀ ਮੁੱਦਿਆਂ ਦੇ ਉੱਪਰ ਆ ਕੇ ਜਿਹੜੀ ਹੈਗੀ ਆ ਇਲੈਕਸ਼ਨ ਲੜਦੀ ਹੈ ਜੀ। ਔਰ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਦੇ ਵਿੱਚ ਥੋੜਾ ਸਮਾਂ ਰਹਿ ਜਾਂਦਾ ਹੈ ਤੇ ਉਸ ਤੋਂ ਪਹਿਲਾਂ ਚੋਣ ਮੈਨੀਫੈਸਟੋ ਵੀ ਜਿਹੜੀ ਪਾਰਟੀ ਹੈ ਜੀ, ਉਹ ਹਰ ਪਾਰਟੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦੀ ਹੈ ਜੀ। ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜਾ ਹੈਗਾ ਗੱਲ ਕੀਤੀ ਹੈ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ ਜੀ। ਦੇਖੋ ਸਲੋਗਨ ਅਸੀਂ ਜਿਹੜਾ ਦਿੱਤਾ ਹੈ ਕਿ ਅੱਜ ਜਿਹੜਾ ਪੰਜਾਬ ਹੈ ਉਹ ਪਿਛਲੇ 5 ਸਾਲਾਂ ਦੇ ਵਿੱਚ ਮੈਂ ਸਮਝਦਾ ਹਾਂ ਕਿ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਦੇ ਨਾਲ ਲਿਪਤ ਹੋ ਗਿਆ ਜੀ ਔਰ ਵਿਕਾਸ ਦੇ ਪੱਖੋਂ ਜਿਹੜਾ ਪੰਜਾਬ ਹੈ ਉਹ ਪਛੜ ਗਿਆ ਜੀ। ਔਰ ਜੇ ਆਪਾਂ ਉਦਯੋਗਿਕ ਵਿਕਾਸ ਦੀ ਗੱਲ ਕਰੀਏ ਤੇ ਉਹਦੇ ਪੱਖੋਂ ਵੀ ਜਿਹੜਾ ਪੰਜਾਬ ਹੈ ਉਹ ਬਿਲਕੁਲ ਦੂਜੇ ਸੂਬਿਆਂ ਦੇ ਜਿਹੜਾ ਹੈਗਾ ਉਹ ਨੀਚੇ ਚਲਿਆ ਗਿਆ। ਤੇ ਜੇ ਅੱਜ ਆਪਾਂ ਹੋਰ ਗੱਲਾਂ ਕਰ ਲਈਏ ਭ੍ਰਿਸ਼ਟਾਚਾਰ ਦੀ, ਬੇਰੁਜ਼ਗਾਰੀ ਦੀ, ਜਾਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਨਾ ਜਿਹੜੇ ਇਹ ਪੂਰੇ ਨਹੀਂ ਕਰ ਸਕੇ, ਤੇ ਉਹਦੇ ਕਰਕੇ ਸਭ ਤੋਂ ਵੱਡਾ ਜਿਹੜਾ ਇਹਨਾਂ ਨੇ 2 ਮੁੱਦਿਆਂ ਦੇ ਉੱਪਰ ਜਿਹੜੀ ਸਰਕਾਰ ਲੈ ਕੇ ਆਂਦੀ ਸੀ, ਇੱਕ ਸੀ ਨਸ਼ੇ ਦਾ ਮੁੱਦਾ ਤੇ ਦੂਜਾ ਸੀਗਾ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਮਾਫੀਆ ਖਤਮ ਕਰਾਂਗੇ। ਤੇ ਅਸੀਂ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਲੋਕਾਂ ਨੂੰ ਇਸ ਗੱਲ ਦਾ ਜਿਹੜਾ ਅਪੀਲ ਕੀਤੀ ਹੈ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂਗੀ ਤੇ ਅਸੀਂ ਜਿਹੜੀ ਇਹ ਭ੍ਰਿਸ਼ਟਾਚਾਰ ਹੈ, ਬੇਰੁਜ਼ਗਾਰੀ ਹੈ ਜਾਂ ਮਾਫੀਆ ਹੈ, ਅਸੀਂ ਇਹਨੂੰ ਖਤਮ ਕਰਕੇ ਜਿਹੜਾ ਪੰਜਾਬ ਹੈ ਉਹਨੂੰ ਨਵੀਂ ਤਰੱਕੀਆਂ ਦੀਆਂ ਵੱਲ ਲੈ ਕੇ ਜਾਵਾਂਗੇ। ਇਹੀ ਸਾਡਾ ਸਲੋਗਨ ਹੈ। ਉਹਨੂੰ ਨਵੀਂ ਤਰੱਕੀਆਂ ਵੱਲ ਤਾਂ ਲੈ ਕੇ ਜਾਓ। ਤੁਸੀਂ ਮੇਰੇ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ। ਬਹੁਤ ਸਿੱਧਾ ਜਿਹਾ ਸਵਾਲ ਸੀਗਾ, ਬਹੁਤ ਸਿੰਪਲ ਸਵਾਲ ਸੀਗਾ। ਇਹ ਨਵਾਂ ਪੰਜਾਬ ਕਿਹੜਾ ਹੈਗਾ ਜਿਹੜਾ ਤੁਸੀਂ ਪੋਸਟਰ ਵੀ ਸਟੀਜ਼ ਕਰ ਰਹੇ ਹੋ? ਪੁਰਾਣਾ ਪੰਜਾਬ ਕਿਹੜਾ ਹੈਗਾ, ਨਵਾਂ ਕਿਹੜਾ ਹੈ? ਪੁਰਾਣਾ ਉਹ ਹੈ ਜਿਹੜਾ ਦਿੱਲੀ ਸਿੰਘੂ ਬਾਰਡਰ ਤੇ ਬੈਠਾ, ਉਹ ਤੁਹਾਡੇ ਨਾਲ ਨਹੀਂ ਤੁਰਦਾ, ਤੇ ਨਵਾਂ ਪੰਜਾਬ ਜਿਹੜਾ ਹੈਗਾ ਉਸ ਨੂੰ ਤੁਸੀਂ ਕੀ ਸਮਝ ਕੇ ਚੱਲ ਰਹੇ ਹੋ? ਦੇਖੋ, ਜਿਹੜੀ ਤੁਸੀਂ ਗੱਲ ਸਿੰਘੂ ਬਾਰਡਰ ਦੀ ਕਰਦੇ ਹੋ ਜਾਂ ਹੋਰ ਪੰਜਾਬ ਦੀ ਗੱਲ ਕਰ ਰਹੇ ਹੋ ਪੁਰਾਣੇ ਦੀ, ਮੇਰਾ ਕਹਿਣਾ ਇਹ ਹੈ ਨਹੀਂ, ਮੈਂ ਨਹੀਂ ਗੱਲ ਕਰ ਰਿਹਾ ਸਰ, ਗੱਲ ਤੁਹਾਡਾ ਪੋਸਟਰ ਕਹਿ ਰਿਹਾ ਨਵਾਂ ਪੰਜਾਬ। ਮੈਂ ਨਵਾਂ ਪੰਜਾਬ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਇੰਡੀਆ ਦੀ ਜਿਓਗ੍ਰਾਫੀ ਵਿੱਚ ਕਿਤੇ ਪੰਜਾਬ ਦਾ ਨਾਮਕਰਨ ਜਿਹੜਾ ਹੈਗਾ, ਜਿਹੜਾ ਅਕਸਰ ਥਾਂ ਦੇ ਨਾਂ ਚੇਂਜ ਹੁੰਦੇ ਆ, ਹੁਣ ਨਵਾਂ ਪੰਜਾਬ ਜਿਹੜਾ ਹੈਗਾ, ਪੰਜਾਬ ਦਾ ਨਵਾਂ ਨਾਂ ਤਾਂ ਨਹੀਂ ਆ ਗਿਆ? ਨਵਾਂ ਪੰਜਾਬ ਸ਼ਾਇਦ ਨਾਂ ਰੱਖਿਆ ਹੋਵੇ। ਗਗਨ ਜੀ ਦੇਖੋ, ਤੁਹਾਡੀ ਅੱਖ ਜਿਹੜੀ ਹੈ ਇਹਨੂੰ ਜਿਓਗ੍ਰਾਫਿਕਲੀ ਦੇਖਣ ਵਾਲੀ ਹੈ, ਲੇਕਿਨ ਜਿਹੜੀ ਸਾਡੀ ਸੋਚ ਹੈ ਅਸੀਂ ਉਹ ਇਹ ਕਹਿੰਦੇ ਆ ਕਿ ਨਵਾਂ ਪੰਜਾਬ, ਅਸੀਂ ਕੋਈ ਇਹ ਨਹੀਂ ਕਹਿੰਦੇ ਕੋਈ ਨਵਾਂ ਪੰਜਾਬ ਵੀ 2 ਬਣਾ ਦਿਆਂਗੇ। ਅਸੀਂ ਤਾਂ ਇਹ ਕਹਿੰਦੇ ਆ ਕਿ ਜਿਹੜਾ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦਾ ਅਕਸ ਧੁੰਦਲਾ ਹੋਇਆ ਹੈ, ਚਾਹੇ ਉਹ ਭ੍ਰਿਸ਼ਟਾਚਾਰ ਪੱਖੋਂ, ਚਾਹੇ ਬੇਰੁਜ਼ਗਾਰੀ ਪੱਖੋਂ, ਚਾਹੇ ਆਪਣੇ ਮਾਫੀਏ ਪੱਖੋਂ, ਚਾਹੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਰਕਾਰ ਆ ਉਹ ਗੱਲਾਂ ਪੂਰੀਆਂ ਨਹੀਂ ਕਰ ਸਕੀ। ਅਸੀਂ ਇਹ ਗੱਲ ਕਹੀ ਹੈ ਕਿ ਇਹਨਾਂ ਚੀਜ਼ਾਂ ਨੂੰ ਦੂਰ ਕਰਕੇ ਇੱਕ ਨਵੇਂ ਪੰਜਾਬ ਦੀ ਰਚਨਾ ਦੀ ਗੱਲ ਕਰ ਰਹੇ ਹਾਂ, ਨਾ ਕਿ ਅਸੀਂ ਕੋਈ ਜਿਓਗ੍ਰਾਫੀਕਲ ਦੀ ਗੱਲ ਕਰ ਰਹੇ ਹਾਂ। ਚਲੋ ਭੁੱਲਰ ਸਾਹਿਬ, ਤੁਸੀਂ ਵੀ ਇਸ ਨਵੇਂ ਪੰਜਾਬ ਤੋਂ ਹੀ ਵੋਟ ਮੰਗਣ ਜਾ ਰਹੇ ਹੋ? ਦੇਖੋ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਨਵਾਂ ਪੰਜਾਬ ਬਣਾਉਣ ਦੀ ਗੱਲ ਕਰ ਰਹੀ ਹੈ
ਉਹ ਉਹਨਾਂ ਕਿਸਾਨਾਂ ਦੀਆਂ ਲਾਸ਼ਾਂ ਦੇ ਉੱਤੇ ਜਿਹੜੇ ਬਾਰਡਰ ਦੇ ਉੱਤੇ ਬੈਠੇ ਨੇ ਹੂੰ ਤੇ ਉਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਜਿਹੜੇ ਅੱਜ ਕਸ਼ਮੀਰ ਦੇ ਵਿੱਚ ਤੇ ਬਾਕੀ ਥਾਵਾਂ ਤੇ ਸ਼ਹੀਦ ਹੋ ਰਹੇ ਨੇ, ਹੂੰ ਉਹਨਾਂ ਤੇ ਸ਼ਾਇਦ ਬਣਾਉਣ ਦੀ ਗੱਲ ਕਰ ਰਹੀ ਹੈ। ਜਿੱਥੋਂ ਤੱਕ ਇਹ ਗੱਲ ਕਰਦੇ ਹੈਗੇ ਆ ਵੀ ਪੰਜਾਬ 'ਚ ਇੰਡਸਟਰੀ ਨਹੀਂ ਲੱਗੀ, 7 ਸਾਲ ਹੋ ਗਏ ਨੇ ਇਹਨਾਂ ਨੂੰ ਨੈਸ਼ਨਲ ਪੋਲਿਟਿਕਸ ਦੇ ਵਿੱਚ, ਨੈਸ਼ਨਲ ਸਰਕਾਰ ਦੇ ਵਿੱਚ। 7 ਸਾਲਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਟੀਮ ਜਿਹੜੀ ਹੈ ਕਿੰਨੀ ਕੁ ਇੰਡਸਟਰੀ ਲੈ ਆਈ ਪੰਜਾਬ ਦੇ ਵਿੱਚ, ਕੀ ਐਫਰਟ ਕੀਤੇ ਇਹਨਾਂ ਨੇ? ਇਹਨਾਂ ਦੇ ਮੰਤਰੀ ਉੱਥੇ ਇੰਡਸਟਰੀਅਲ ਮਿਨਿਸਟਰ ਰਹੇ ਨੇ, ਦੂਜੇ ਮਿਨਿਸਟਰ ਬਣੇ ਰਹੇ ਨੇ, ਹੁਣ ਅੱਜ ਵੀ ਮੰਤਰੀ ਹੈਗੇ ਆ, ਉਹ ਆਪਣੇ ਇਲਾਕੇ 'ਚ ਦੱਸਣ ਕਿਹੜੀ ਇੰਡਸਟਰੀ ਲੈ ਆਂਦੀ ਹੈ, ਕਿਹੜੇ ਨੌਜਵਾਨਾਂ ਨੂੰ ਨੌਕਰੀ ਦਿਵਾਤੀ ਸੈਂਟਰ ਦੇ ਵਿੱਚ। ਅੱਜ ਪੰਜਾਬ ਦੇ ਨੌਜਵਾਨਾਂ ਨੂੰ ਬਿਲਕੁਲ ਇਹਨਾਂ ਨੇ ਸਾਈਡ ਤੇ ਕਰਤਾ, ਅੱਖੋਂ ਪਰੋਖੇ ਕਰਤਾ। ਕਿਸੇ ਆਰਮੀ 'ਚ ਉਹਨਾਂ ਨੂੰ ਜੌਬ ਨਹੀਂ ਮਿਲ ਰਹੀ, ਕਿਸੇ ਪੁਲਿਸ 'ਚ ਉਹਨਾਂ ਨੂੰ ਜੌਬ ਦੇਣ ਦੀ ਕੋਸ਼ਿਸ਼ ਕੀਤੀ, ਉਲਟਾ ਪੰਜਾਬ 'ਚ ਬਾਹਰਲੀਆਂ ਸਟੇਟਾਂ ਦੇ ਲਿਆ ਕੇ ਉਹਨਾਂ ਨੂੰ ਭਰਤੀ ਕੀਤਾ ਜਾ ਰਿਹਾ। ਇਹ ਜੌਬ ਦਿਵਾਉਣ ਦੀ ਗੱਲ ਕਰਦੇ ਨੇ। ਜਦੋਂ ਡਰੱਗਸ ਦੀ ਗੱਲ ਕਰਦੇ ਵੀ ਡਰੱਗਸ ਰੋਕ ਲਾਂਗੇ, ਅਡਾਨੀ ਦੀ ਜਿਹੜੀ ਬੰਦਰਗਾਹ ਹੈਗੀ ਹੈ ਉੱਤੇ ਹਜ਼ਾਰਾਂ ਕਰੋੜਾਂ ਰੁਪਈਆ ਜਿਹੜੇ ਹੈਗੇ ਆ ਤੁਹਾਡੇ ਡਰੱਗਸ ਫੜੇ ਜਾਂਦੇ ਨੇ। ਕਿਤੇ ਇਹ ਤਾਂ ਨਹੀਂ ਵੀ ਜਿਹੜਾ ਡਰੱਗ ਮਾੜਾ ਮੋਟਾ ਪੰਜਾਬ 'ਚ ਪਾਕਿਸਤਾਨ ਵਾਲੇ ਪਾਸਿਓਂ ਐਂਟਰ ਕਰਦਾ ਹੈ ਉਹਨੂੰ ਬੰਦ ਕਰਾ ਕੇ ਅਡਾਨੀ ਨੂੰ ਫਾਇਦਾ ਚੁਕਾਉਣਾ ਚਾਹੁੰਦੇ ਹੁਣ ਵੀ ਸਾਰਾ ਉੱਥੋਂ ਹੀ ਆਵੇ, ਉੱਥੋਂ ਵਪਾਰ ਚੱਲੇ। ਜਿਹੜੇ ਮਾਫੀਆ ਦੀ ਗੱਲ ਕਰਦੇ ਨੇ, ਯੂਪੀ ਜਿਹਨਾਂ ਦੀ ਸਰਕਾਰ ਹੈ ਕਿਹੜਾ ਮਾਫੀਆ ਖਤਮ ਕਰ ਲਿਆ? ਇਹਨਾਂ ਦਾ ਆਪਣਾ ਮੰਤਰੀ ਜਿਹੜਾ ਹੈਗਾ ਸਟੇਟ ਯੂਨੀਅਨ ਮਿਨਿਸਟਰ, ਉਹ ਮਾਫੀਆ ਵਾਂਗੂ ਗੁੰਡਿਆਂ ਵਾਂਗੂ ਧਮਕੀਆਂ ਦਿੰਦਾ ਕਿ ਮੈਨੂੰ 2 ਮਿੰਟ ਦਾ ਟਾਈਮ ਲੱਗੂਗਾ ਸਾਨੂੰ ਸਾਫ਼ ਕਰਨ ਦਾ। ਭੁੱਲਰ ਸਾਹਿਬ, ਇਹ 7 ਸਾਲਾਂ ਦੇ ਵਿੱਚ ਸ਼ਾਇਦ, ਜੇ ਮੇਰੀ ਯਾਦਾਸ਼ਤ ਬਿਲਕੁਲ ਠੀਕ ਹੈ, ਪੰਜਾਬ ਤੋਂ ਜਿਹੜੇ ਮੰਤਰੀ ਨੇ ਉਹਨਾਂ ਵਿੱਚ ਹਰਸਿਮਰਤ ਕੌਰ ਬਾਦਲ ਵੀ ਮੰਤਰੀ ਰਹੇ ਨੇ। ਦੇਖੋ ਹਰਸਿਮਰਤ ਕੌਰ ਬਾਦਲ ਬਠਿੰਡੇ ਦੇ ਵਿੱਚ ਫੂਡ ਪ੍ਰੋਸੈਸਿੰਗ ਜਿਹੜਾ ਹੈਗਾ ਪੰਜਾਬ ਤੋਂ ਮੰਤਰੀ ਸੀ, ਬਠਿੰਡਾ ਤੋਂ ਮੰਤਰੀ ਨਹੀਂ ਸੀਗੇ। ਪੰਜਾਬ ਦੇ ਵਿੱਚ ਹੀ ਹੈ ਨਾ, ਬਠਿੰਡਾ ਬਾਹਰ ਨਹੀਂ ਹੈਗਾ। ਮੈਂ ਤੇ ਭਾਰਤੀ ਜਨਤਾ ਪਾਰਟੀ ਦੀ ਟੀਮ ਦੀ ਗੱਲ ਕਰਦਾ। ਜਦੋਂ ਇਹ ਇੰਡਸਟਰੀ ਦੀ ਗੱਲ ਕਰਦੇ ਨੇ, ਜਦੋਂ ਇਹ ਗੱਲ ਕਰਦੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ, ਇਹ ਦੱਸਣ ਕਿ ਪੰਜਾਬ 'ਚ ਇਹਨਾਂ ਦੇ ਐਫਰਟ ਨਾਲ ਕਿਹੜੀ ਇੰਡਸਟਰੀ ਆ ਗਈ, ਕਿਹੜੀ ਵੱਡੀ ਇੰਡਸਟਰੀ ਜਿਹੜੀ ਪੰਜਾਬ ਦੇ ਜਿਹਨਾਂ ਨੇ ਸ਼ਿਫਟ ਕਰਾ ਲਈ, ਜਾਂ ਜਿਹੜੇ ਨੌਜਵਾਨ ਨੇ, ਨੌਜਵਾਨਾਂ ਨੂੰ ਬਾਹਰੋਂ ਤੁਸੀਂ ਭਰਤੀ ਕਰ ਰਹੇ ਹੋ ਪੁਲਿਸ ਦੇ ਵਿੱਚ, ਇੱਥੇ 300-400 ਨੌਜਵਾਨ ਭਰਤੀ ਕੀਤਾ ਹੈ, ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਤੁਸੀਂ ਅਹਿਮੀਅਤ ਨਹੀਂ ਦੇ ਰਹੇ। ਅੱਜ ਜਿਹੜੀ ਗੱਲ ਦੇਖਣ ਵਾਲੀ ਹੈ, ਮੈਂ ਦਿਆਲ ਸਿੰਘ ਸੋਢੀ ਨੇ ਨਹੀਂ ਇਹ ਗੱਲ ਕਹੀ, ਲੇਕਿਨ ਹੁਣੇ ਵਨੀਤ ਜੋਸ਼ੀ ਨੂੰ ਬਿਠਾ ਦਿਓ ਜਾਂ ਹਰਜੀਤ ਗਰੇਵਾਲ ਨੂੰ ਬਿਠਾ ਦਿਓ, ਉਹ ਜੱਟ ਦਲਿਤ ਤੇ ਹਿੰਦੂ ਸਿੱਖ ਤੋਂ ਸਿਵਾਏ ਪੋਲਿਟਿਕਸ ਨਹੀਂ ਕਰਦੇ। ਇਹ ਕਿਹੜਾ ਪੰਜਾਬ ਬਣਾਉਣਾ ਚਾਹੁੰਦੇ ਨੇ ਨਵਾਂ? ਕੀ ਇਹ ਜਾਤ ਦੇ ਆਧਾਰ ਤੇ ਵੰਡ ਕੇ, ਕੀ ਇਹ ਕਾਸਟਿਜ਼ਮ ਦੇ ਆਧਾਰ ਤੇ ਵੰਡ ਕੇ, ਜਾਂ ਇਹ ਧਰਮ ਦੇ ਆਧਾਰ ਤੇ ਵੰਡ ਕੇ ਵੋਟਾਂ ਨੂੰ ਪੋਲਰਾਈਜੇਸ਼ਨ ਕਰਕੇ ਉਹ ਨਵਾਂ ਪੰਜਾਬ ਬਣਾਉਣਾ ਚਾਹੁੰਦੇ ਆ? ਚਲੋ, ਮੇਰਾ ਇੱਕ ਸਿੱਧਾ ਸਵਾਲ ਹੈ ਕਿ ਦਿਆਲ ਸਿੰਘ ਸੋਢੀ ਮੈਨੂੰ ਇਹ ਦੱਸ ਦੇਣ, ਸੈਂਟਰ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਨਿਕਲਦੀਆਂ ਨੇ, ਉਹ 'ਚ ਕਿੰਨੇ ਪੰਜਾਬੀਆਂ ਨੂੰ ਇਹ ਜਿਹੜੇ ਭਰਤੀ ਕਰਾ ਸਕੇ ਨੇ? ਔਰ ਜਿਹੜੇ ਇਹਨਾਂ ਨੇ ਮਿਨੋਰਟੀ ਕਮਿਸ਼ਨ ਦੇ ਚੇਅਰਪਰਸਨ ਲਾਏ ਨੇ, ਇੱਕ ਵੀ ਉਹਨਾਂ ਦੀ ਸਟੇਟਮੈਂਟ, ਇੱਕ ਟਵੀਟ, ਇੱਕ ਕੋਈ ਮਾੜਾ ਜਿਹਾ ਵੀ ਹੌਕਾ ਜਿਹੜੇ ਉੱਥੇ ਕਤਲ ਕੀਤੇ ਗਏ ਇਹਨਾਂ ਦੇ ਮੰਤਰੀ ਵਾਲੇ ਮੁੰਡੇ ਵੱਲੋਂ ਗੱਡੀ ਥੱਲੇ ਦੇ ਕੇ, ਉਹਨਾਂ ਵਾਸਤੇ ਕੋਈ ਹੌਕਾ ਮਾਰਿਆ ਗਿਆ ਹੋਵੇ? ਔਰ ਪੂਰੇ ਪੰਜਾਬ ਜਿਹੜਾ ਮਿਨੋਰਟੀ ਦਾ ਹੈਗਾ ਉਹਦੇ ਲਈ ਕਿਹੜੀ ਗੱਲ ਕਰਨਗੇ ਜੀ? ਉੱਥੇ ਕਿਹੜੀ ਗੱਲ ਲੈ ਕੇ ਚੱਲਣਗੇ? ਚਲੋ, ਤੁਸੀਂ ਮਿਨੋਰਟੀ ਤੇ ਮੈਜੋਰਟੀ ਵਾਲੇ ਪੰਜਾਬ ਵਿੱਚ ਵੀ ਕਿਤੇ ਨਾ ਕਿਤੇ ਦੇਖਦੇ ਹੋ ਕਿ ਇੱਕ ਸਪੇਸ ਹੈਗਾ। ਅਰਸ਼ਪ੍ਰੀਤ ਖੜਿਆਲ, ਇਹ ਜਿਹੜੇ ਨਵੇਂ ਪੰਜਾਬ ਦੀ ਗੱਲ ਬੀਜੇਪੀ ਕਰ ਰਹੀ ਹੈ, ਕਾਂਗਰਸ ਜਦੋਂ ਇਸ ਪੈਰਾਮੀਟਰ ਤੇ ਉਤਰਦੀ ਹੈ, ਕਿਉਂਕਿ ਜਦੋਂ ਇਹ ਸਾਰੀਆਂ ਚਰਚਾਵਾਂ ਸ਼ੁਰੂ ਹੋਈਆਂ, ਜਿਸ ਦਾ ਜ਼ਿਕਰ ਹਰਜੀਤ ਭੁੱਲਰ ਨੇ ਵੀ ਕੀਤਾ ਕਿ ਦਲਿਤ ਦੀ ਗੱਲ ਹੋਈ, ਹਿੰਦੂ ਦੀ ਗੱਲ ਹੋਈ, ਕਾਂਗਰਸ ਨੂੰ ਵੀ ਇੱਕਦਮ ਐਂਡ ਮੋਮੈਂਟ ਤੇ ਯਾਦ ਆ ਗਿਆ ਕਿ ਹਾਂ ਸਾਨੂੰ ਵੀ ਦਲਿਤ ਸੀਐਮ ਜਿਹੜਾ ਹੈਗਾ ਉਹ ਲਾ ਲੈਣਾ ਚਾਹੀਦਾ ਹੈ। ਚਰਨਜੀਤ ਚੰਨੀ ਨੂੰ ਮੌਕਾ ਦੇ ਕੇ ਦੇਖ ਲਿੱਤਾ ਜਾਵੇ ਕਿ ਫੇਸ ਜਿਹੜਾ ਹੈਗਾ ਉਹ ਦਲਿਤ ਚਿਹਰੇ ਵਜੋਂ ਉਸ ਨੂੰ ਪ੍ਰੋਜੈਕਟ ਕਰ ਦਿੱਤਾ ਜਾਵੇ, ਤੇ ਉਸ ਤਰੀਕੇ ਜਿਹੜਾ ਹੈਗਾ ਸ਼ਾਇਦ ਇਸ ਨਵੇਂ ਪੰਜਾਬ ਵਿੱਚ ਅਸੀਂ ਵੀ ਪਾਰਟਿਸਿਪੇਟ ਕਰ ਲਈਏ। ਦੇਖੋ ਜੀ, ਪਹਿਲੀ ਗੱਲ ਤਾਂ ਨਵੇਂ ਪੰਜਾਬ ਦੀ ਲੋੜ ਨਹੀਂ, ਪੁਰਾਣਾ ਪੰਜਾਬ ਬਹੁਤ ਵਧੀਆ ਹੈ ਜੀ। ਜਿਹੜੇ ਨਵੇਂ ਪੰਜਾਬ ਦੀ ਬੀਜੇਪੀ ਗੱਲ ਕਰਦੀ ਹੈ, ਪਹਿਲੀ ਗੱਲ ਤਾਂ ਨਵਾਂ ਪੰਜਾਬ ਕਹਿੰਦੇ ਕਿਉਂ ਹੈ? ਤਾਂ ਕਹਿੰਦੇ ਕਿਉਂਕਿ ਬੀਐਸਐਫ ਨੂੰ ਜਿਹੜਾ ਅੱਧਾ ਪੰਜਾਬ ਸੌਂਪ ਦਿੱਤਾ ਗਿਆ, ਉਸ ਨਵੇਂ ਪੰਜਾਬ ਦੀ ਗੱਲ ਜਿੱਥੇ ਡਿਬੇਟ ਡਿਸਕਸ਼ਨ ਹੋਣੀ ਖਤਮ ਹੋ ਗਈ, ਜਿਹਨੂੰ ਚੀਫ ਜਸਟਿਸ ਆਫ ਇੰਡੀਆ ਸਾਹਿਬ ਨੇ ਵੀ ਕਿਹਾ ਕਿ ਕਾਨੂੰਨਾਂ ਦੇ ਵਿੱਚ ਕਲੈਰਿਟੀ ਨਹੀਂ ਰਹੀ ਬਿਕੋਜ਼ ਡਿਬੇਟ ਡਿਸਕਸ਼ਨ ਪਾਰਲੀਮੈਂਟ ਚੋਣੀ ਬੰਦ ਹੋ ਗਈ। ਉਹ ਲਾਜ਼ ਜਿਹੜੇ ਕਾਨੂੰਨ ਅਰਗੇ ਥੋਪਦੇ ਆ ਪੰਜਾਬ ਤੇ ਹੋਰ ਸਟੇਟਸ ਦੇ, ਉਹਦੀ ਇਹ ਗੱਲ ਕਰਦੇ ਆ। ਨਾਲੇ ਜਿਹੜਾ ਤੁਸੀਂ ਕਹਿ ਰਹੇ ਹੋ ਦਲਿਤ ਸੀਐਮ ਦੀ ਗੱਲ, ਇਹ ਪਾਰਟੀਆਂ ਇਹਨਾਂ ਨੇ ਗੱਲਾਂ ਕੀਤੀਆਂ, ਅਸੀਂ ਕਰਕੇ ਦਿਖਾਇਆ, ਤੇ ਸਿਰਫ ਕੀਤਾ ਨਹੀਂ, ਉਹਨਾਂ ਨੇ ਕੰਮ ਵੀ ਇੰਨੇ ਕੀਤੇ। ਪਾਣੀ ਦੇ ਭਾਵੇਂ ਬਿਜਲੀ ਦੇ ਬਿੱਲ ਵੇਵ ਆਫ ਹੋਣ, ਭਾਵੇਂ ਮੈਡੀਕਲ ਇੰਸਟੀਟਿਊਸ਼ਨਸ ਨੂੰ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਵੇ, ਭਾਵੇਂ ਪੈਸਟੀਸਾਈਡ ਫ੍ਰੀ ਕਰਨੇ ਹੋਵੇ, ਭਾਵੇਂ ਲਖੀਮਪੁਰ 2.5 ਕਰੋੜ ਦਿੱਤਾ ਹੋਵੇ, ਭਾਵੇਂ ਬਾਰਡਰ ਦੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇ ਮੁਆਵਜ਼ਾ ਦੇਣਾ ਹੋਵੇ, ਅਸੀਂ ਮੇਕ ਸ਼ੋਰ ਕੀਤਾ ਕਿ ਪੰਜਾਬ ਦੇ ਲੋਕਾਂ ਨਾਲ ਖੜੇ ਰਹੀਏ। ਖੜਿਆਲ ਸਾਹਿਬ, ਬਹੁਤ ਸਾਰੀ ਚੀਜ਼ਾਂ 90% ਅਜਿਹਾ ਜਿਹੜਾ ਲਾਸਟ ਦੇ ਟਾਈਮ ਵਿੱਚ ਹੋ ਰਿਹਾ, ਲਾਸਟ ਮੂਮੈਂਟ ਦੇ ਵਿੱਚ ਹੋ ਰਿਹਾ। ਦੇਖੋ, ਗੱਲ ਇਹ ਹੈ ਕਿ ਸਰਕਾਰ ਕੋਈ 2 ਸਾਲ 4 ਸਾਲ ਦੀ ਨਹੀਂ ਹੁੰਦੀ, 5 ਸਾਲ ਦੀ ਹੁੰਦੀ ਹੈ। ਅਸੀਂ ਜਿੰਨੇ ਪ੍ਰੋਮਿਸ ਕੀਤੇ, ਵਾਅਦੇ ਕੀਤੇ, ਉਹ ਸਾਰੇ ਡਿਲੀਵਰ ਕਰਾਂਗੇ। ਮੈਂ ਬੀਜੇਪੀ ਦੇ ਅੱਜ ਦੇ ਮੁੱਦੇ ਤੇ ਆ ਰਿਹਾ। ਬੀਜੇਪੀ ਦੀ ਡਿਸਟੈਂਸ ਪੰਜਾਬ ਦੇ ਵਿੱਚ ਓਨੀ ਹੈ ਜਿੰਨੀ ਮੋਦੀ ਸਾਹਿਬ ਦੀਆਂ ਪ੍ਰੈਸ ਕਾਨਫਰੰਸਿਸ ਹੁੰਦੀਆਂ, ਸ਼ੂਨਿਆ, ਉਹ ਤੋਂ ਵੱਧ ਕੇ ਕੁਝ ਨਹੀਂ। ਐਲਪੀਜੀ ਦੇ ਤੇਲ ਦੇ, ਡੀਜ਼ਲ ਦੇ, ਪੈਟਰੋਲ ਦੇ ਭਾਅ ਵਾਂਗੂ ਇਹਨਾਂ ਦਾ ਵਿਰੋਧ ਹੁੰਦਾ ਹੈ। ਜਿਵੇਂ ਉਹਦਾ ਭਾਅ ਵਧਿਆ, ਉਵੇਂ ਹੀ ਬੀਜੇਪੀ ਦਾ ਵਿਰੋਧ ਹਿੰਦੁਸਤਾਨ ਦੇ ਵਿੱਚ ਵਧਿਆ ਹੈ। ਨਾਲੇ ਬੀਜੇਪੀ ਦੀ ਗਵਰਨੈਂਸ ਦੇਖੋ ਤੁਸੀਂ,
ਮਨੋਹਰ ਲਾਲ ਖੱਟਰ ਸਾਹਿਬ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ, ਉਹਨਾਂ ਨੇ ਕਿਹਾ ਆਪਦੇ ਵਰਕਰਸ ਨੂੰ ਕਿ ਕਿਸਾਨਾਂ ਦਾ ਰੂਪ ਧਾਰੋ, ਇਹਨਾਂ ਦੇ ਡੰਡੇ ਮਾਰੋ, ਤੁਸੀਂ ਤੁਹਾਡੀ ਬੇਲ ਮੈਂ ਕਰਾਉਂਗਾ, ਤੇ ਜੇ ਕੁਝ ਟਾਈਮ ਤੁਸੀਂ ਜੇਲ੍ਹ ਚ ਲਾ ਵੀ ਲਿਆ ਤਾਂ ਟੈਨਸ਼ਨ ਨਾ ਲਿਓ, ਵੱਡੇ ਲੀਡਰ ਬਣ ਕੇ ਨਿਕਲੋਗੇ। ਇਹਨਾਂ ਦੇ ਹੋਮ ਮਿਨਿਸਟਰ ਆਫ ਸਟੇਟ ਮਿਸਟਰ ਮਿਸ਼ਰਾ, ਉਹਨਾਂ ਦਾ ਬਿਆਨ ਦੇਖੋ, ਕਿੰਨੇ ਜੇ ਮੈਂ ਆਈ ਤੇ ਆ ਗਿਆ, ਕਿਸਾਨਾਂ ਨੂੰ 2 ਮਿੰਟ ਸਿੱਧੇ ਕਰ ਦੂੰਗਾ, ਮੇਰਾ ਪਿਛੋਕੜ ਚੱਕ ਕੇ ਦੇਖ ਲਓ ਮੈਂ ਕਿੱਥੇ ਆਉਣਾ। ਮਤਲਬ ਉਹਨਾਂ ਦਾ ਸਿਰਫ ਇਹ ਸੀ। ਹਾਈ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ 302 ਦੀ ਪ੍ਰੋਸੀਡਿੰਗ ਚੱਲਦੀ ਹੈ, ਨਾਲੇ ਉਹਨਾਂ ਨੇ ਥੰਬ ਡਾਊਨ ਕਰਕੇ ਪ੍ਰਵੋਕ ਕੀਤਾ ਕਿਸਾਨਾਂ ਨੂੰ, ਤੇ ਲਾਟ ਸਾਹਿਬ ਜਿਹੜੇ ਬੀਜੇਪੀ ਦੇ ਹੈ ਲੱਖ ਮਾਰ ਦਿੱਤਾ ਗਿਆ। ਉਹਦੇ ਬਾਵਜੂਦ ਅੱਜ ਵੀ ਮਿਨਿਸਟਰ ਨੇ ਉਹ ਮਨੋਹਰ ਲਾਲ ਖੱਟਰ ਸਾਹਿਬ ਨੇ ਮਾਫੀ ਮੰਗੀ, ਉਹਦੇ ਬਾਵਜੂਦ ਇੱਕ ਮੁੱਖ ਮੰਤਰੀ ਲੈਵਲ ਦਾ ਬੰਦਾ ਇਹ ਚੀਜ਼ਾਂ ਕਹਿ ਰਿਹਾ ਹੈ, ਹਜੇ ਵੀ ਮੁੱਖ ਮੰਤਰੀ ਹੈ, ਹੂ ਇਜ਼ ਸਪੋਜ਼ਡ ਟੂ ਪ੍ਰੋਟੈਕਟ ਐਂਡ ਡਿਫੈਂਡ ਦ ਸਟੇਟ, ਲੋਕਾਂ ਦੇ ਇੰਟਰਸਟ ਪੰਜਾਬ ਤੇ ਵਾਪਸ ਆ ਜੀ, ਉਹ ਇਹ ਚੀਜ਼ਾਂ ਕਹਿ ਰਿਹਾ। ਲਾਸਟ ਚੀਜ਼, ਵਰੁਣ ਗਾਂਧੀ, ਉਹਨੇ ਕ੍ਰਿਸ਼ੀ ਕਾਨੂੰਨਾਂ ਬਾਰੇ ਕੋਈ ਮਾੜੀ ਗੱਲ ਕਹਿਤੀ, ਕਿਸਾਨਾਂ ਬਾਰੇ ਕੋਈ ਚੰਗੀ ਗੱਲ ਕਹਿਤੀ, ਉਹਨੂੰ ਕੱਢ ਕੇ ਨੈਸ਼ਨਲ ਐਗਜ਼ੀਕਿਊਟਿਵ ਲਿਸਟ ਚੋਂ ਬਾਹਰ ਮਾਰਿਆ, ਅਡਵਾਨੀ ਨੂੰ ਬਾਹਰ ਮਾਰਿਆ, ਅਨਿਲ ਜੋਸ਼ੀ ਜਿਹੜਾ ਪੰਜਾਬ ਚੋਂ ਉਹਨੂੰ ਬਾਹਰ ਮਾਰਿਆ। 5 ਮੁੱਖ ਮੰਤਰੀ 7 ਮਹੀਨਿਆਂ ਚ ਬਦਲੇ, ਇੱਕ ਬੰਦੇ ਨੇ ਇੱਕ ਨਹੀਂ। ਉਹਦਾ ਕਾਰਨ ਹੈ ਡੰਡਾ ਤੰਤਰ, ਭੈ ਤੰਤਰ ਹੈ ਬੀਜੇਪੀ ਲਈ, ਲੋਕਤੰਤਰ ਹੈ ਹਿੰਦੁਸਤਾਨ ਲਈ। ਤੇ ਪੰਜਾਬ ਚ ਜੇ ਆ ਗਏ, ਖੁਦਾ ਨਾ ਖਾਸਤਾ, ਇਹਨਾਂ ਨੇ ਇੱਥੇ ਫ੍ਰੀडम ਆਫ ਸਪੀਚ ਦਾ ਐਕਸਪ੍ਰੈਸ਼ਨ ਖਤਮ ਕਰ ਦੇਣਾ ਹੈ, ਇੱਥੇ ਆਪਣਾ ਕਮਿਊਨਲਿਜ਼ਮ ਸਪਰੈਡ ਕਰ ਦੇਣਾ ਹੈ, ਤੇ ਜਿਹੜੇ ਹੱਕ ਨੇ ਲੋਕਾਂ ਦੇ ਉਹਨੂੰ ਇਹਨੂੰ ਵੀ ਤਾਨਾਸ਼ਾਹੀ ਤਰੀਕੇ ਨਾਲ ਕਵਰ ਕਰਨ ਲੱਗ ਜਾਣਾ। ਜੋ ਠੀਕ ਹੈ ਖੜਿਆਲ ਸਾਹਿਬ, ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਜੇਕਰ ਪੰਜਾਬ ਵਿੱਚ ਆ ਗਏ, ਕਿਤੇ ਨਾ ਕਿਤੇ ਖਦਸ਼ਾ ਵੀ ਜ਼ਾਹਿਰ ਕਰਦੇ ਹੋ ਕਿ ਕਿਤੇ ਨਾ ਕਿਤੇ ਕੋਈ ਚਾਂਸ, ਜਿਹੜਾ ਅਸੀਂ ਸਵਾਲ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜਾ ਹੈਗਾ ਉਹ ਜਾਣ ਦੇ ਨਾਲ ਕੀ ਕੋਈ ਲਾਹਾ ਮਿਲ ਸਕਦਾ ਨਹੀਂ। ਵਾਪਸ ਆਵਾਂਗਾ, ਛੋਟਾ ਜਿਹਾ ਬ੍ਰੇਕ ਅਸੀਂ ਲੈ ਰਹੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਐਕਸਪਰਟ ਵੀ ਸਾਡੇ ਨਾਲ ਜੁੜਨਗੇ, ਉਹਨਾਂ ਦੇ ਨਾਲ ਵੀ ਚਰਚਾ ਕਰਾਂਗੇ ਪੰਜਾਬ ਦਾ ਇਹ ਪੋਲੀਟੀਕਲ ਸਿਨੈਰੀਓ ਜਿਹੜਾ ਹੈਗਾ, ਔਰ ਉਸ ਦੇ ਵਿੱਚ ਬੀਜੇਪੀ ਦਾ ਇਹ ਕਹਿਣਾ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ ਇਹ ਕਿਹੜੇ ਏਜੰਡੇ ਤੇ ਜਿਹੜਾ ਹੈਗਾ ਬੀਜੇਪੀ ਕੰਮ ਕਰ ਰਹੀ ਹੈ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਛੇਤੀ ਵਾਪਸ ਆ ਰਹੇ ਹਾਂ। ਮੁੜ ਤੋਂ ਸਵਾਗਤ ਕਰਦੇ ਹਾਂ ਦਰਸ਼ਕਾਂ ਦਾ। ਪੰਜਾਬ ਦੇ ਲਈ ਭਾਜਪਾ ਦਾ ਪਲਾਨ ਕੀ ਹੈਗਾ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਸਵਾਲ ਇੱਕੋ ਪੁੱਛ ਰਹੇ ਹਾਂ ਕਿ 2022 ਦੇ ਸਿਆਸੀ ਦੰਗਲ ਦੇ ਲਈ ਭਾਜਪਾ ਨੇ ਕਿਹੜੇ ਪੱਤੇ ਤਿਆਰ ਕੀਤੇ ਨੇ। ਇਸ ਹਿੱਸੇ ਦੇ ਵਿੱਚ ਪੈਨਲ ਦੇ ਵਿੱਚ ਇੱਕ ਸ਼ਖਸ ਜਿਹੜੇ ਸਾਡੇ ਨਾਲ ਜੁੜੇ ਨੇ, ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ। ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਤੇ ਤੁਸੀਂ ਪਿਛਲੇ ਹਿੱਸੇ ਵਿੱਚ ਜਿਹੜਾ ਹੈਗਾ ਸਾਰੇ ਸਿਆਸੀ ਆਗੂਆਂ ਦੀਆਂ ਗੱਲਾਂ ਸੁਣ ਰਹੇ ਸੀਗੇ, ਜੋ ਕਿਹਾ ਜਾ ਰਿਹਾ ਸੀਗਾ, ਜੋ ਦਾਅਵੇ ਕੀਤੇ ਜਾ ਰਹੇ ਸੀਗੇ। ਪੰਜਾਬ ਦੇ ਲਈ ਬੀਜੇਪੀ ਜਿਹੜੀ ਤਿਆਰੀ ਕਰ ਰਹੀ ਹੈ ਜਾਂ ਜਿਹੜੀ ਪਲੈਨਿੰਗ ਕਰ ਰਹੀ ਹੈ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇੱਕ ਗੱਲ ਤੇ ਬੜੀ ਸਾਫ਼ ਆ ਕਿ ਜੇ ਅਸੀਂ ਕਿਸਾਨਾਂ ਦੇ ਜਿਹੜੇ ਹੋਣ ਵਾਲਾ ਸੰਘਰਸ਼ ਆ, ਅੰਦੋਲਨ ਆ, ਉਹਦੇ ਤੋਂ ਕੱਲਾ ਅੰਦਾਜ਼ਾ ਲਾ ਕੇ ਕੁਝ ਵੱਡੇ ਵੱਡੇ ਕਰਾਂਗੇ ਕਿ ਅਸੀਂ ਬੀਜੇਪੀ ਨੂੰ ਬਿਲਕੁਲ ਵਾਈਪ ਕਰ ਦਿਆਂਗੇ ਜਾਂ ਇਹ ਖਤਮ ਕਰ ਦਿਆਂਗੇ, ਉਸ ਭੁਲੇਖੇ 'ਚ ਸਾਨੂੰ ਨਹੀਂ ਰਹਿਣਾ ਚਾਹੀਦਾ। ਪਰ ਇਹ ਵੀ ਗੱਲ ਸੱਚ ਹੈਗੀ ਹੈ ਕਿ ਕੱਲਾ ਕਿਸਾਨਾਂ ਦੀ ਮੂਵਮੈਂਟ ਕਰਕੇ ਨਹੀਂ, ਬੀਜੇਪੀ ਦੀਆਂ ਆਪਣੀਆਂ ਕੁਝ ਇਹੋ ਜਿਹੀਆਂ ਨੀਤੀਆਂ ਕਰਕੇ ਕਿ ਜਿੱਥੇ ਪੈਟਰੋਲ ਜੇ ਸ਼ੀਸ਼ੀ ਬੰਦਾ ਆਪਣੇ ਤੇ ਵੀ ਡੋਲਣੀ ਚਾਹੇ ਨਾ, ਉਹ ਮਿਲਦੀ ਨਹੀਂ ਹੈਗੀ। ਇਹ ਹਾਲਤ ਬਣੀ ਹੈ, ਇੰਨੀ ਜ਼ਿਆਦਾ ਬੁਰੀ ਹਾਲਤ ਹੋ ਗਈ ਹੈ ਕਿ ਮਹਿੰਗਾਈ, ਕਿਉਂਕਿ ਡੀਜ਼ਲ, ਗੈਸ ਤੇ ਪੈਟਰੋਲ ਦੇ ਨਾਲ ਜਿਹੜੀ ਮਹਿੰਗਾਈ ਵੱਧਦੀ ਹੈ, ਉਹ ਜਨਰਲ ਮਹਿੰਗਾਈ ਵੱਧਦੀ ਹੈ, ਤੇ ਇਸ ਵੇਲੇ ਜੀਣਾ ਔਖਾ ਹੋ ਗਿਆ। ਅੱਜ ਦੇ ਰਿਜ਼ਲਟ ਜਿਹੜੇ ਆ ਉਹ ਸਾਫ਼-ਸਾਫ਼ ਬੀਜੇਪੀ ਦੇ ਰਾਜਨੀਤਿਕ ਮੂੰਹ ਤੇ ਤਮਾਚਾ ਹੈਗਾ। 4 ਸੀਟਾਂ ਜਿਹੜੀਆਂ ਹਿਮਾਚਲ 'ਚ ਹਾਰ ਗਏ ਆ, ਮੰਡੀ ਵਾਲੀ ਵੀ ਹਾਰ ਗਏ, ਲੋਕ ਸਭਾ ਵਾਲੀ, ਇਸੇ ਤਰੀਕੇ ਨਾਲ ਲੋਕ ਸਭਾ ਵਾਲੀ ਪੱਛਮੀ ਬੰਗਾਲ 'ਚ ਵੀ ਹਾਰ ਗਏ, ਤੇ 3 ਦੂਸਰੀਆਂ ਵੀ ਹਾਰ ਗਏ। TMC 4 ਸੀਟਾਂ ਉੱਥੇ ਜਿੱਤ ਗਈ ਆ। ਅਸਾਮ 'ਚ 5 ਚੋਂ 3 ਜਿੱਤੇ ਆ, ਤੇ 2 ਜਿਹੜੇ ਦੂਜੇ ਜਿੱਤ ਗਏ। ਕੋਈ ਯੂਨਾਈਟਿਡ ਪਾਰਟੀ ਉੱਥੇ ਹੈਗੀ, ਉਹ ਇਹਨਾਂ ਨੂੰ ਹਰਾ ਗਏ। ਮੇਰਾ ਕਹਿਣ ਦਾ ਮਤਲਬ, ਸਵਾਏ ਮੱਧ ਪ੍ਰਦੇਸ਼ ਤੋਂ, ਰਾਜਸਥਾਨ 'ਚੋਂ ਕਾਂਗਰਸ ਕਿਉਂਕਿ ਰੂਲਿੰਗ ਸੀ, ਉੱਥੋਂ ਜਿੱਤੇ ਗਈ, ਤੇ ਐਲਨਾਬਾਦ ਵਾਲੀ ਵੀ ਉਹ ਜਿੱਤ ਗਏ ਆ ਵਿਰੋਧੀ ਬੰਦੇ ਜਿਹੜੇ ਸ਼ਟਾਲੇ ਹੋਣੀ। ਕਹਿਣ ਦਾ ਮੇਰਾ ਮਤਲਬ ਇਹ ਆ ਕਿ ਜਿੱਥੇ ਇਹਨਾਂ ਦੀਆਂ ਆਪਣੀਆਂ ਸਰਕਾਰਾਂ ਜੇ 22 ਇਲੈਕਸ਼ਨਾਂ ਦੇ ਰਿਜ਼ਲਟ ਆ ਰਹੇ ਆ, ਤੇ ਇਹ ਦੇਖ ਲੈਣ ਕਿ ਉੱਥੇ ਤੇ ਨਵਾਂ ਕੁਝ ਬਣਿਆ ਨਹੀਂ। ਲੋਕ ਤੇ ਇਸ ਵੇਲੇ ਇਹਨਾਂ ਨੂੰ ਦੇਸ਼ ਵਿੱਚੋਂ, ਦੇਸ਼ ਦੀ ਰਾਜਨੀਤੀ ਚੋਂ ਥੋੜਾ ਆਰਾਮ ਦੇਣਾ ਚਾਹੁੰਦੇ ਆ। ਸੱਚੀ ਗੱਲ ਤੇ ਇਹ ਹੈਗੀ, ਉਹ ਗੱਲ ਅਲੱਗ ਹੈਗੀ ਆ ਕਿ ਕਾਂਗਰਸ ਇਸ ਮਾਹੌਲ ਦਾ ਫਾਇਦਾ ਲੈਣਾ ਚਾਹੁੰਦੀ ਆ ਕਿ ਆਪਸ ਵਿੱਚ ਹੀ ਕੁੱਕੜ ਖੇ ਜਾਂ ਲੜਾਈਆਂ ਝਗੜਿਆਂ 'ਚ ਟਾਈਮ ਕੱਢਣਾ ਚਾਹੁੰਦੀ ਹੈ। ਇਹ ਕਾਂਗਰਸ ਦੇ ਆਪਣਾ ਮੁੱਦਾ ਹੈਗਾ। ਇਸੇ ਤਰੀਕੇ ਨਾਲ ਅਕਾਲੀ ਦਲ ਨੂੰ ਵੀ ਜਾਂ ਹੋਰਨਾਂ ਜਿਹੜੀਆਂ ਵੀ ਧਿਰਾਂ ਆ, ਉਹਨਾਂ ਨੂੰ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਵਿਰੋਧਤਾ ਜਾਂ ਰੋਸ ਜਾਂ ਨਿਰਾਸ਼ਾ ਬੀਜੇਪੀ ਤੋਂ ਇਸ ਵੇਲੇ ਹੋ ਰਹੀ ਹੈ ਸਾਰੇ ਦੇਸ਼ ਦੇ ਅੰਦਰ, ਉਸ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਕਿਵੇਂ ਤੁਸੀਂ ਇਸ ਗੱਲ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਉਪਹਾਰ ਲੋਕਾਂ ਦਾ ਕਰਨਾ,
ਇਹ 'ਚ ਕੋਈ ਦੋ ਰਾਏ ਨਹੀਂ ਹੈ। ਜੋ ਭੁੱਲਰ ਜੀ ਬਾਰ-ਬਾਰ ਕਹਿੰਦੇ ਸੀਗੇ, ਅਸੀਂ ਤੇ ਇਹਨਾਂ ਨੂੰ ਬੜੀ ਦੇਰ ਦੇ ਗੱਲ ਕਹਿੰਦੇ ਸੀ, ਪਹਿਲਾਂ ਇਹ ਸਾਡੀ ਸੁਣਦੇ ਨਹੀਂ ਸੀ, ਹੁਣ ਇਹ ਸਾਡੇ ਵਾਲੀ ਗੱਲ ਕਹਿੰਦੇ, ਸਾਨੂੰ ਥੋੜਾ ਸੌਖਾ ਹੋ ਜਾਂਦਾ ਕਿ ਬੀਜੇਪੀ ਜਿਹੜੀ ਹੈ ਉਹ ਇੱਕ ਖਾਸ ਕਿਸਮ ਦੀ ਰਾਜਨੀਤੀ ਨੂੰ ਪ੍ਰਾਇੋਰਟੀ ਦੇ ਕੇ ਚੱਲਦੀ ਆ। ਉਹ ਰਾਜਨੀਤੀ ਲੋਕ ਨੀਤੀ ਨਹੀਂ ਹੈਗੀ, ਉਹ ਲੋਕਾਂ ਨੂੰ ਸਸ਼ਕਤ ਕਰਦੀ ਨਹੀਂ ਹੈ। ਕੋਈ ਨਵਾਂ ਪੰਜਾਬ, ਕੋਈ ਇਹੋ ਜਿਹੀ ਗੱਲ ਨਹੀਂ। ਸਿਰਫ ਤੇ ਸਿਰਫ ਵੋਟਾਂ ਲੈਣ ਵਾਲੀ ਬੀਜੇਪੀ ਮਸ਼ੀਨ ਹੈਗੀ, ਬੜੀ ਤਗੜੀ ਮਸ਼ੀਨ ਇਹਨਾਂ ਕੋਲ ਹੈ। ਉਹ ਹੈ ਜਾਤੀਗਤ ਤੇ ਧਰਮ ਦੇ ਨਾਂ ਤੇ। ਇੱਕ ਸਵਾਲ ਹੈ ਕਿ ਬੀਜੇਪੀ ਤੇ ਅਕਸਰ ਜਿਹੜਾ ਕੁਐਸਚਨ ਲੱਗਦਾ ਹੈ ਕਿ ਧਰਮ ਦੇ ਆਧਾਰ ਤੇ ਸਿਆਸਤ ਜਿਹੜੀ ਕਰਦੀ ਹੈ। ਅੱਜ ਚੰਨੀ ਤੇ ਸਿੱਧੂ ਕੇਦਾਰਨਾਥ ਜਾਂਦੇ ਨੇ, ਉਸ ਦੀਆਂ ਤਸਵੀਰਾਂ, ਜਿਹੜਾ ਧਰਮ ਬਿਲਕੁਲ ਇੱਕ ਨਿੱਜੀ ਮਸਲਾ ਹੋਣਾ ਚਾਹੀਦਾ ਹੈ। ਜਾਂ ਸੁਖਬੀਰ ਬਾਦਲ ਜੇਕਰ ਦੇਵੀ ਤਲਾਬ ਮੰਦਿਰ ਜਾਂਦੇ ਨੇ, ਕਿਤੇ ਹੋਰ ਥਾਂ ਤੇ ਜਿਹੜਾ ਹੈਗਾ ਜਾ ਕੇ ਆਉਂਦੇ ਨੇ ਜਾਂ ਮੰਦਿਰਾਂ ਵਿੱਚ ਜਾ ਕੇ ਆਉਂਦੇ ਨੇ, ਉਸ ਦੀ ਤਸਵੀਰਾਂ, ਉਸ ਨੂੰ ਇਸ ਤਰੀਕੇ ਪ੍ਰੋਜੈਕਸ਼ਨ ਕਰਨਾ, ਪੋਲੀਟੀਕਲ ਮਿਸ਼ਨ ਵਾਂਗ ਪ੍ਰੋਜੈਕਸ਼ਨ ਕਰਨਾ, ਜਿਹੜਾ ਇੱਕ ਪਰਸਨਲ ਮਸਲਾ ਹੋਣਾ ਚਾਹੀਦਾ ਹੈ। ਕੀ ਲੱਗਦਾ ਨਹੀਂ ਕਿ ਬਾਕੀ ਧਿਰਾਂ ਵੀ ਫਿਰ ਉਸੇ ਲਾਈਨ ਤੇ ਚੱਲ ਰਹੀਆਂ ਨੇ ਜਿਸ ਤੇ ਬੀਜੇਪੀ ਚੱਲ ਰਹੀ ਸੀ? ਗਗਨ, ਫਿਰ ਜਦੋਂ ਤੁਸੀਂ ਇੱਕ ਲੀਹ ਪਾ ਦਿਓਗੇ, ਪਹਿਲਾਂ ਵੀ ਇਹ ਸੀਗਾ, ਪਹਿਲਾਂ ਇੰਨਾ ਓਪਨਲੀ ਨਹੀਂ ਸੀਗਾ, ਜਦੋਂ ਇੱਕ ਲੀਹ ਪਾ ਦਿਓਗੇ ਤੇ ਫਿਰ ਜੇ ਲਗਾਤਾਰ ਅਯੁੱਧਿਆ ਦਾ, ਰਾਮ ਮੰਦਿਰ ਦਾ, ਹੋਰਨਾਂ ਦਾ ਇਹੋ ਜਿਹਾ ਚਰਚਾ ਚੱਲੂਗਾ ਤੇ ਕੁਦਰਤੀ ਹੈ ਕਿ ਰਾਹੁਲ ਗਾਂਧੀ ਦੇ ਪ੍ਰੈਸ਼ਰ ਇੰਨਾ ਬਣਦਾ ਕਿ ਉਹ ਵੀ ਜਨੇਊ ਪਾ ਕੇ ਦੱਸਦਾ ਕਿ ਮੈਂ ਵੀ ਬ੍ਰਾਹਮਣ ਜਨਿਆਲੋਜੀ ਦਾ ਬੰਦਾ। ਜਦ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਉਹਨਾਂ ਦੇ ਮਾਂ ਤੇ ਬਾਪ ਕਿਸ ਤਰ੍ਹਾਂ ਕੀ ਸਾਰੀ ਗੱਲ ਆ, ਹੈ ਨਾ, ਕੌਣ ਨਹੀਂ ਜਾਣਦਾ, ਸਾਰੇ ਦੇਸ਼ 'ਚ ਹੈਗਾ। ਇਹ ਇੱਕ ਪ੍ਰੈਸ਼ਰ ਹੈਗਾ। ਤੂੰ ਹੋਰ ਤੇ ਹੋਰ ਗੱਲ ਛੱਡੋ, ਆ ਕੇਜਰੀਵਾਲ ਜਿਹੜੇ ਪੰਜਾਬ ਦੇ ਵਿੱਚ ਮੁੱਖ ਆਪੋਜੀਸ਼ਨ ਪਾਰਟੀ ਹੈ, ਉਹ ਕਦਾ ਉੱਥੇ ਜਾਂਦੇ ਆ ਉੱਤਰਾਖੰਡ 'ਚ ਤੇ ਕਹਿੰਦੇ ਆ ਕਿ ਮੈਂ ਸਾਰੀ ਦੁਨੀਆ ਦਾ, ਹਿੰਦੂਆਂ ਦਾ ਇਹਨੂੰ ਇੱਕ ਪਿਲਗ੍ਰਿਮੇਜ ਯਾਨੀ ਤੀਰਥ ਸਥਾਨ ਦਾ ਇੱਕ ਡੈਸਟੀਨੇਸ਼ਨ ਬਣਾ ਦੂੰਗਾ। ਉੱਥੇ ਆਪ ਉੱਥੇ ਅਯੁੱਧਿਆ ਦੇ ਰਾਮ ਮੰਦਿਰ 'ਚ ਨਤਮਸਤਕ ਹੋ ਕੇ ਤੇ ਯੂਪੀ ਦੀ ਚੋਣ ਦੀ ਆਗਾਜ਼ ਕੀਤਾ। ਕੱਲ ਹੋ ਗਏ ਗੋਆ 'ਚ, ਕਹਿੰਦੇ ਜੀ ਮੈਂ ਉੱਥੇ ਸਾਰਿਆਂ ਨੂੰ ਰਾਮ ਮੰਦਿਰ ਮੁਫਤ ਪਹੁੰਚਾਊਂਗਾ ਜੇ ਮੇਰੀ ਗੋਆ 'ਚ ਸਰਕਾਰ ਆਉਂਦੀ। ਲੈ ਇਹੀ ਕੰਮ ਰਹਿ ਗਿਆ। ਇੱਥੇ ਧਰਮ ਹਮੇਸ਼ਾ ਸੀਗਾ। ਗਗਨ ਜੀ, ਤੁਹਾਡਾ ਹੀ ਸਵਾਲ ਮੈਂ ਕਹਿ ਰਿਹਾ, ਸਾਡੇ ਦੇਸ਼ 'ਚ ਧਰਮ ਹਮੇਸ਼ਾ ਸੀ। ਧਰਮ ਦੇ ਨਾਂ ਤੇ ਰਾਜਨੀਤੀ ਤੇ ਲੋਕਾਂ ਦਾ ਲਹੂ ਲਹਾਨ ਕਢਾਉਣਾ, ਇਹ ਨਵੀਂ ਗੱਲ ਹੈਗੀ ਹੈ। ਇਹਦੇ 'ਚੋਂ ਸਾਨੂੰ, ਸਾਡੇ ਨਾ ਇਹ ਸੰਵਿਧਾਨਕ ਤੌਰ ਤੇ ਸੂਟ ਕਰਦਾ, ਸਾਨੂੰ ਨਾ ਇਹ ਸਾਡੇ ਸਮਾਜਿਕ ਤੌਰ ਤੇ, ਨਾ ਰਾਜਨੀਤਿਕ ਤੌਰ ਤੇ। ਰਾਜਨੀਤੀ ਇਹਦੇ ਤੋਂ ਜਿੰਨੀ ਛੇਤੀ ਬਾਹਰ ਆ ਜਾਣਗੇ ਚੰਗਾ ਹੋ। ਰਾਈਟ। ਦਿਆਲ ਥੋੜੀ ਸਾਹਿਬ, ਇਹ ਜਿਹੜਾ ਨਵੇਂ ਪੰਜਾਬ ਦੀ ਜਿਸ ਦੀ ਅਸੀਂ ਗੱਲ ਕਰ ਰਹੇ ਸੀ, ਅਸੀਂ ਇਹ ਕਰੀਏ ਕਿ ਪੂਰੀ ਪੋਲਿਟਿਕਸ ਜਿਹੜੀ ਹੈਗੀ ਹੈ ਉਸ ਨੂੰ ਇਸ ਲਾਈਨ ਤੇ ਲਿਆਣਾ ਕਿ ਉਹ ਅਸਲ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਇਸ ਚੀਜ਼ ਨੂੰ ਪ੍ਰੋਜੈਕਸ਼ਨ ਦੇਵੇ ਕਿ ਅਸੀਂ ਅੱਜ ਮੰਦਿਰ ਜਾ ਕੇ ਮੱਥਾ ਟੇਕ ਰਹੇ ਹਾਂ, ਅਸੀਂ ਅੱਜ ਕੇਦਾਰਨਾਥ ਜਾ ਕੇ ਮੱਥਾ ਟੇਕ ਰਹੇ ਹਾਂ। ਕੀ ਲੱਗਦਾ ਹੈ ਕਿ ਬੀਜੇਪੀ ਆਪਣਾ ਇੱਕ ਟਾਰਗੇਟ ਪੂਰਾ ਕਰ ਰਹੀ ਹੈ? ਅਸਲ ਮਸਲਿਆਂ ਤੋਂ ਦੇਸ਼ ਨੂੰ ਹਟਾਤਾ ਤੇ ਮੰਦਿਰ ਮਸਜਿਦ ਵੱਲ ਅਸੀਂ ਲੈ ਆਏ ਹਾਂ। ਦੇਖੋ ਗਗਨ ਜੀ, ਜਿਹੜੀ ਗੱਲ ਪ੍ਰੋਫੈਸਰ ਮਨਜੀਤ ਜੀ ਨੇ ਕੀਤੀ ਹੈ ਕਿ ਉਹ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ, ਉਹਨਾਂ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ, ਉਹ ਜਿਹੜੇ ਉਹਨਾਂ ਦੇ ਆਗੂ ਨੇ ਧਾਰਮਿਕ ਸਥਾਨਾਂ ਤੇ ਜਾ ਕੇ ਮੱਥਾ ਟੇਕਦੇ ਨੇ, ਔਰ ਭਾਰਤੀ ਜਨਤਾ ਪਾਰਟੀ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਅਸੀਂ ਕੋਈ ਇਹ ਨਹੀਂ ਹੈਗਾ ਕਿ ਅਸੀਂ ਇੱਕ ਧਰਮ ਦੇ ਨਾਲ ਜੁੜੇ ਹੋਏ ਲੋਕ ਸਾਡੇ ਵਿੱਚ ਹੈ। ਸਾਡੇ ਵਿੱਚ ਐਸਸੀ ਵਰਗ ਵੀ ਹੈ, ਓਬੀਸੀ ਵਰਗ ਵੀ ਹੈ, ਕਿਸਾਨ ਵਰਗ ਵੀ ਹੈ, ਸਾਡੇ ਚ ਵਿਦਿਆਰਥੀ ਵਰਗ ਵੀ ਹੈ। ਸਾਰੇ ਧਰਮਾਂ ਦੇ ਲੋਕ ਭਾਰਤੀ ਜਨਤਾ ਪਾਰਟੀ ਦਾ ਇੱਕ ਸੁਮੇਲ ਹੈ, ਜਿਹੜੇ ਸਾਡੇ ਇੱਕ ਸੰਗਠਨ ਚ ਪਰੋਏ ਹੋਏ ਨੇ। ਦੂਜੀ ਗੱਲ, ਮੈਨੂੰ ਥੋੜਾ ਜਿਹਾ ਇੱਕ ਦੋ ਮੇਰੇ ਜਿਹੜੇ ਸਾਥੀ ਬੈਠੇ ਨੇ ਉਹਨਾਂ ਨੇ ਕੁਐਸਚਨ ਕੀਤੇ ਨੇ, ਮੈਂ ਉਹਨਾਂ ਦਾ ਜਵਾਬ ਦੇਣਾ ਮੇਰਾ ਫਰਜ਼ ਬਣਦਾ ਹੈ। ਪਹਿਲੀ ਗੱਲ, ਜਿਸ ਤਰ੍ਹਾਂ ਭੁੱਲਰ ਸਾਹਿਬ ਮੇਰੇ ਅੱਛੇ ਦੋਸਤ ਨੇ, ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਹੀ ਇੰਡਸਟਰੀ ਲੈ ਆਏ। ਹੁਣ ਇੱਥੇ ਕਹਿਣਾ ਇਹ ਬਣਦਾ ਹੈ ਕਿ ਜਿਹੜਾ ਸਟੇਟ ਹੁੰਦੀ ਹੈ ਉਹ ਆਪਣੇ ਸੂਬੇ ਦੇ ਵਿੱਚ ਇੰਡਸਟਰੀ ਲਾਉਣ ਵਾਸਤੇ ਬਹੁਤ ਵਧੀਆ ਮਾਹੌਲ ਬਣਾਉਂਦੀ ਹੈ, ਇੱਕ ਵਿੰਡੋ ਦੇ ਉੱਤੇ ਸਾਰੀ ਸਰਵਿਸ ਦਿੰਦੀ ਹੈ। ਔਰ ਜੇ ਕਾਂਗਰਸ ਦੀ ਆਪਾਂ ਗੱਲ ਕਰ ਲਈਏ, ਜਿਹਨੇ ਕਿਹਾ ਕਿ ਅਸੀਂ 5 ਰੁਪਏ ਯੂਨਿਟ ਦੇ ਹਿਸਾਬ ਦੇ ਨਾਲ ਉਦਯੋਗਾਂ ਨੂੰ ਬਿਜਲੀ ਦੇਵਾਂਗੇ, ਤੇ ਜਦੋਂ ਇਹਨਾਂ ਨੇ ਉਦਯੋਗਾਂ ਦਾ ਇੱਥੇ ਮਾਹੌਲ ਹੀ ਨਹੀਂ ਪੈਦਾ ਕੀਤਾ, ਉਹਨਾਂ ਨੂੰ ਸੁਵਿਧਾਵਾਂ ਨਹੀਂ ਦਿੱਤੀਆਂ, ਤੇ ਫਿਰ ਇੱਥੇ ਜਿਹੜੀ ਇੰਡਸਟਰੀ ਹੈ ਉਹਦਾ ਵਾਧਾ ਕਿਵੇਂ ਹੋ ਜਾਊਗਾ? ਮੈਂ ਤਾਂ ਇੱਕ ਗੱਲ ਕਹਿਣਾ ਹੁੰਦਾ ਹੈ ਕਿ ਇਹਨਾਂ ਦੇ ਫਾਈਨਾਂਸ ਮਿਨਿਸਟਰ ਨੇ ਬਠਿੰਡਾ ਦੇ ਵਿੱਚ ਹੱਥ ਖੜਾ ਕਰਕੇ ਸਹੁੰ ਖਾ ਕੇ ਗੱਲ ਕਹੀ ਸੀ ਕਿ ਜਿਹੜੀਆਂ ਬਠਿੰਡੇ ਦੀਆਂ ਚਿਮਣੀਆਂ, ਮੈਂ ਇਹਦੇ ਵਿੱਚੋਂ ਧੂਆਂ ਨਿਕਲਣਾ ਬੰਦ ਨਹੀਂ ਹੋਣ ਦੇਵਾਂਗਾ। ਤੇ ਇੱਕ ਇਹ ਵੀ ਕਿਹਾ ਸੀ ਕਿ ਮੈਂ ਬਠਿੰਡੇ ਦੇ ਵਿੱਚ ਹੁੰਡਾ ਔਰ ਬਰੂਤੀ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਲੈ ਕੇ ਆਉਂਗਾ, ਔਰ ਹਰ ਮਹੀਨੇ ਪੰਜਾਬ ਦੇ ਵਿੱਚ ਨਵਾਂ ਉਦਯੋਗ ਆਵੇਗਾ। ਹੁਣ ਮੈਨੂੰ ਇਹ ਜਵਾਬ ਦੇ ਦੇਣ ਵੀ ਇੱਕ ਵੀ ਉਦਯੋਗ ਪੰਜਾਬ ਦੇ ਵਿੱਚ ਲੈ ਕੇ ਆਏ ਹੋਣ, ਜਾਂ ਇਹਨਾਂ ਨੇ ਸੈਂਟਰ ਕੋਲੇ ਜਾ ਕੇ ਕੋਈ ਗੱਲ ਰੱਖੀ ਹੋਵੇ, ਸਗੋਂ ਜਿਹੜੇ ਚੱਲਦੇ ਸੀ ਉਹ ਬੰਦ ਕਰਤੇ, ਸੁਵਿਧਾ ਇਹਨਾਂ ਨੇ ਦਿੱਤੀ ਨਹੀਂ। ਦੂਜੀ ਗੱਲ ਜਿਹੜੀ ਭੁੱਲਰ ਸਾਹਿਬ ਨੇ ਕਹੀ ਕਿ ਆਪਣੇ ਕੋਲੇ ਮਿਨਿਸਟਰ ਸੀਗੇ ਫੂਡ ਪ੍ਰੋਸੈਸਿੰਗ ਦੇ, ਬੀਬਾ ਹਰਸਿਮਰਤ ਕੌਰ, ਉਹਨਾਂ ਨੂੰ ਹਰ ਪਹਿਲ ਦਿੱਤੀ ਸੀ ਸੈਂਟਰ ਨੇ ਕਿ ਤੁਸੀਂ ਪੰਜਾਬ ਦੇ ਵਿੱਚ ਖੇਤੀ ਦੇ ਨਾਲ ਸੰਬੰਧਿਤ ਜਿਹੜਾ ਫੂਡ ਪ੍ਰੋਸੈਸਿੰਗ ਮਹਿਕਮਾ ਲੈ ਕੇ ਆਓ। ਲੇਕਿਨ ਉਹ ਵੀ ਇਹਨਾਂ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੇ ਨੇ।
ਇੱਕ ਗੱਲ ਇਹਨਾਂ ਨੇ ਕਹੀ ਕਿ ਖੱਟਰ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਉਹਨਾਂ ਨੂੰ ਹਟਾਤਾ। ਮੈਂ ਪੁੱਛਣਾ ਚਾਹੁੰਦਾ ਹੈ ਕਿ ਕੈਪਟਨ ਸਾਹਿਬ ਤਾਂ ਕਿਸਾਨਾਂ ਦੇ ਬੜੇ ਹਮਾਇਤੀ ਸੀ, ਉਹ ਤਾਂ ਕਿਸਾਨਾਂ ਦੀ ਗੱਲ ਕਰਦੇ, ਅੱਜ ਵੀ ਕਰਦੇ ਆ, ਤੇ ਫਿਰ ਕੈਪਟਨ ਸਾਹਿਬ ਨੂੰ ਇਹਨਾਂ ਨੇ ਕਿਉਂ ਹਟਾਇਆ? ਕੀ ਲੋੜ ਪਈ ਕੈਪਟਨ ਸਾਹਿਬ ਨੂੰ ਹਟਾਉਣ ਦੀ? ਇਹਨਾਂ ਨੂੰ ਆਪਣੀਆਂ ਨਲੇਕੀਆਂ ਕਰਕੇ ਕੈਪਟਨ ਸਾਹਿਬ ਨੂੰ ਹਟਾਉਣਾ ਪਿਆ। ਜਿਹੜੇ ਕੈਪਟਨ ਦੇ ਨਾਂ ਤੇ ਇਹਨਾਂ ਨੇ ਸਰਕਾਰ ਬਣਾਈ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਤੇ ਅੱਜ ਫਿਰ ਰੋਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕਹਿ ਕੇ ਇਹਨਾਂ ਨੇ ਉਹਨੂੰ ਗੱਦੀ ਤੋਂ ਲਾਤਾ। ਤੇ ਮੇਰਾ ਕਹਿਣਾ ਮਤਲਬ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਇਹਨਾਂ ਦੀ ਨਾਕਾਮੀ ਹੈ, ਤੇ ਜੇ ਨਾਕਾਮੀਆਂ ਨੂੰ ਦੂਰ ਕਰਨ ਦੀ ਗੱਲ ਭਾਰਤੀ ਜਨਤਾ ਪਾਰਟੀ ਕਰਦੀ ਹੈ, ਕਿਹੜੀ ਪਾਰਟੀ ਨਹੀਂ ਕਰਦੀ? ਅਸੀਂ ਆਹ ਜਿਹੜੀ ਹੈ ਗੱਲ ਕਰਾਂਗੇ। ਨਾਕਾਮੀ ਨੂੰ ਦੂਰ ਕਰਨ ਦੇ ਲਈ ਚਿਹਰਾ ਕੈਪਟਨ ਦਾ ਹੀ ਲੱਭ ਰਹੇ ਸੋਢੀ ਸਾਹਿਬ, ਉਸ ਨਾਕਾਮੀ ਨੂੰ ਦੂਰ ਕਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਦਾ ਸਹਿਯੋਗ ਹੀ ਸਭ ਤੋਂ ਜ਼ਿਆਦਾ ਸਟਰੋਂਗ ਹੈ ਤੁਹਾਡੇ ਲਈ? ਦੇਖੋ ਚੌਹਾਨ ਜੀ, ਜਿਹੜੀ ਰਾਜਨੀਤੀ ਹੁੰਦੀ ਹੈ, ਰਾਜਨੀਤੀ ਦੇ ਵਿੱਚ ਬੜੇ ਉਤਰਾਅ ਚੜਾਅ ਆਉਂਦੇ ਨੇ, ਲੇਕਿਨ ਅੱਜ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਤੇ ਤਿਆਰੀ ਕਰ ਰਹੀ ਹੈ। ਨੈਸ਼ਨਲ ਪਾਰਟੀ ਹੈ ਸਾਡੀ, ਪੰਜਾਬ ਦੇ ਵਿੱਚ ਬੜੀ ਮੈਂਬਰਸ਼ਿਪ ਵੀ ਹੈ। 23 ਤੋਂ 117 ਬਹੁਤ ਸੌਖਾ ਹੈ। ਬਿਲਕੁਲ ਜੀ, ਬਿਲਕੁਲ। ਮੈਨੂੰ ਸਮਝ ਨਹੀਂ ਆਉਂਦੀ ਕਿ ਜੇ ਅਸੀਂ 117 ਦਾ ਨਾਂ ਲੈਂਦੇ ਆ ਤਾਂ ਤੁਹਾਨੂੰ ਅਚਰਜ ਕਿਉਂ ਇਸ ਗੱਲ ਦੇ ਵਿੱਚ? ਲੈ ਤੁਸੀਂ ਨੋਟ ਕਰ ਲਓ, ਮੈਂ ਕਹਿੰਦਾ 117 ਦੇ 117 ਲੜਾਂਗੇ। ਸਾਡਾ ਸੰਗਠਨ ਹੈ, ਸਾਡੀ ਮੈਂਬਰਸ਼ਿਪ ਹੈ, ਸਾਡਾ ਬੂਥ ਤੋਂ ਲੈ ਕੇ ਸਾਡਾ ਸਾਰਾ ਜ਼ਿਲ੍ਹਾ ਹੈ, ਸਾਡਾ ਸਟੇਟ ਸਾਡੀ ਗਠਤ ਹੈ। ਅਸੀਂ ਇੰਨੇ ਕਮਜ਼ੋਰ ਨਹੀਂ ਆ। ਠੀਕ ਹੈ ਅਰਸ਼ਪ੍ਰੀਤ ਖੜਿਆਲ, ਤੁਹਾਡੇ ਕੋਲ ਸਵਾਲ ਬਹੁਤ ਸਿੱਧਾ ਜਿਹਾ ਹੈ। ਜਿਹੜਾ ਇਲਜ਼ਾਮ ਲੱਗਿਆ ਕਿ 2017 ਤੋਂ ਬਾਅਦ ਤੁਸੀਂ ਮਾਹੌਲ ਹੀ ਨਹੀਂ ਕ੍ਰੀਏਟ ਕੀਤਾ, ਹਾਲਾਂਕਿ 2014 ਤੋਂ 17 ਤੱਕ ਅਕਾਲੀ ਦਲ ਬੀਜੇਪੀ ਪੰਜਾਬ ਵਿੱਚ ਵੀ ਸੀਗੇ, ਸੈਂਟਰ ਵਿੱਚ ਵੀ ਸੀਗੇ, 17 ਤੋਂ ਬਾਅਦ ਤੁਸੀਂ ਮਾਹੌਲ ਹੀ ਨਹੀਂ ਕ੍ਰੀਏਟ ਕੀਤਾ ਹੈ। ਉਸ ਤੋਂ ਪਹਿਲਾਂ ਮਾਹੌਲ ਸੀਗਾ, ਤੁਸੀਂ ਆਗੇ ਵਿਗਾੜਤਾ, ਜਿਸ ਦਾ ਫਾਇਦਾ ਹੁਣ ਬੀਜੇਪੀ ਲੈ ਰਹੀ ਹੈ। ਕਿਸ ਚੀਜ਼ ਇੰਡਸਟਰੀ ਦੇ ਲਈ ਜਿਹੜਾ ਸੋਢੀ ਸਾਹਿਬ ਨੇ ਸਿੱਧਾ ਸਵਾਲ ਕੀਤਾ ਕਿ ਜਿਹੜਾ ਇੰਡਸਟਰੀ ਲਈ ਮਾਹੌਲ ਕ੍ਰੀਏਟ ਹੋਣਾ ਚਾਹੀਦਾ ਸੀਗਾ ਉਹ ਨਹੀਂ ਕਰ ਪਾਏ, ਇਸ ਕਰਕੇ ਅਸੀਂ ਤਾਂ ਹੁਣ ਨਵਾਂ ਪੰਜਾਬ ਲੈ ਕੇ ਆ ਰਹੇ ਹਾਂ। ਗਲਤ, ਇਹ ਕਹਿਣਾ ਬਹੁਤ ਹੀ ਗਲਤ ਹੈ, ਇਹ ਬੇਸਲੈਸ ਹੈ। ਇਹਦਾ ਕਾਰਨ ਹੈ ਕਿ ਹਜ਼ਾਰਾਂ ਕਰੋੜਾਂ ਦੀ ਇੰਡਸਟਰੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆਈ ਹੈ ਹਾਲ ਹੀ ਦੇ ਵਿੱਚ। ਇੱਕ ਯੋਗ ਦਾ ਨਾਮ ਲੈ ਦਿਓ, ਉਹਨਾਂ ਨੇ ਇੱਕ ਇਨਵੈਸਟਰ ਸਮਿਟ ਦਾ ਨਾਮ ਲੈ ਦਿਓ ਜਿਹਦੇ ਵਿੱਚ ਕਨਫਰਮ ਸੋਢੀ ਸਾਹਿਬ ਇੱਕ ਮਿੰਟ ਸੁਣ ਲਓ ਪਹਿਲਾਂ ਜਵਾਬ ਸੁਣ ਲਓ, ਇਹਦਾ ਆਪਾਂ ਸੁਣ ਨਹੀਂ ਪਾਵਾਂਗੇ। ਜਾਂ ਤਾਂ ਇਹ ਝੂਠ ਬੋਲ ਰਹੇ ਹੈ ਜਾਂ ਤਾਂ ਬੀਜੇਪੀ ਝੂਠ ਬੋਲ ਰਹੀ ਹੈ, ਜਾਂ ਹਰੇਕ ਇੰਡਸਟਰੀ ਜਿਹੜੀ ਪੰਜਾਬ ਦੇ ਵਿੱਚ ਖੁੱਲੀ ਹੈ, ਸ਼ੁਰੂ ਹੋਈ ਹੈ ਤੇ ਮੈਨੂਫੈਕਚਰਿੰਗ ਜਿੱਥੇ ਚੱਲ ਰਹੀ ਹੈ। ਪਹਿਲੀ ਗੱਲ ਸੁਣੋ ਸੋਢੀ ਸਾਹਿਬ, ਮੈਂ ਤੁਹਾਡੇ ਸੋਢੀ ਸਾਹਿਬ ਸੁਣੋ ਜਵਾਬ ਸੁਣੋ। ਮੈਂ ਇੰਟਰਪਟ ਨਹੀਂ ਕੀਤਾ, ਮੇਰੇ ਟਾਈਮਸ ਕਰੂੰਗਾ, ਮੈਂ ਤੁਹਾਡੇ ਟਾਈਮਸ ਬੋਲੂੰਗਾ। ਪਹਿਲੀ ਗੱਲ ਤਾਂ ਇਹ ਹੈ, ਇਨਵੈਸਟਰ ਸਮਿਟ ਰੀਸੈਂਟਲੀ ਹੋਇਆ, ਚੰਨੀ ਸਾਹਿਬ ਨੇ ਆਪ ਕਰਾਇਆ, ਉੱਥੇ ਇੰਡਸਟਰੀ ਜਿਹੜੀ ਅਟਰੈਕਟ ਹੋਈ ਹੈ ਹਜ਼ਾਰਾਂ ਕਰੋੜਾਂ ਦੀ। ਉਹ ਤੋਂ ਪਹਿਲਾਂ ਐਮਐਸਐਮਈ, ਸਟਾਰਟਅਪਸ, ਇੰਡਸਟਰੀਜ਼, ਫੈਕਟਰੀਜ਼ ਬਹੁਤ ਕੁਝ ਖੁੱਲਿਆ ਪੰਜਾਬ ਦੇ ਵਿੱਚ, ਚੱਕ ਕੇ ਦੇਖ ਲਓ ਗਵਰਨਮੈਂਟ ਸਾਈਡ, ਤੁਹਾਨੂੰ ਪਤਾ ਲੱਗ ਜੂ। ਦੂਜੀ ਗੱਲ ਮੈਂ ਤੁਹਾਨੂੰ ਦੱਸੀ ਹੈ ਨਾ, ਸਭ ਤੋਂ ਵੱਡੀ ਜੀ 97 ਰੁਪਏ ਆਪਣਾ ਬਿਜਲੀ ਆਪਣਾ ਉੱਤੇ ਘਟਾਤੇ ਅਸੀਂ, ਪਾਵਰ ਬਿੱਲ ਸੀ, ਬਿਜਲੀ ਦੇ ਬਿੱਲ ਹੀ ਵੇਵ ਆਫ ਕਰਤੇ, ਪਾਣੀ ਦੇ ਵੇਵ ਆਫ ਕਰਤੇ, ਇੰਨਾ ਕੁਝ ਹੋ ਚੁੱਕਿਆ ਹੈ। ਹਜੇ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਸਰਕਾਰ ਨਹੀਂ ਕੰਮ ਕਰ ਰਹੀ, ਆਪਦੀ ਥੱਲੇ ਮਾਰਕੀਟ ਦੇਖੋ। ਤੁਸੀਂ ਦੱਸੋ ਮੈਨੂੰ ਇੱਕ ਚੀਜ਼, 15 ਲੱਖ ਰੁਪਇਆ 2007 ਸਾਲ ਹੋ ਗਏ, 15 ਲੱਖ ਰੁਪਏ ਕਿੱਥੇ? 15 ਰੁਪਏ ਨਹੀਂ ਜਮਾ ਕਰਾਏ ਜਿਹੜੇ ਸੀਗੇ ਲੋਕਾਂ ਦੇ ਅਕਾਊਂਟ ਚੋਂ, ਡੀਮੋਨੇਟਾਈਜੇਸ਼ਨ ਦੇ ਥਰੂ ਤੁਸੀਂ ਕੱਢ ਲਏ। 2 ਕਰੋੜ ਜੌਬਸ ਪਰ ਈਅਰ, 2 ਕਰੋੜ ਜੌਬਸ ਦੂਰ ਦੀ ਗੱਲ ਹੈ ਜਿਹੜੀਆਂ ਸੀਗੀਆਂ, ਮਿਲੀਅਨਸ ਐਂਡ ਮਿਲੀਅਨਸ ਆਫ ਜੌਬਸ ਇਹਨਾਂ ਨੇ ਵਾਪਸ ਲੈ ਲਈਆਂ। ਤੀਜਾ, ਇਹਨਾਂ ਨੇ ਕਿਹਾ ਸੀ ਪੈਟਰੋਲ ਦੇ ਡੀਜ਼ਲ ਦੇ ਭਾਅ ਘਟਾਵਾਂਗੇ, ਘਟਾਏ ਤੁਸੀਂ 100, ਹਰੇਕ ਡੀਜ਼ਲ ਹੋ ਗਿਆ, ਪੈਟਰੋਲ ਹੋ ਗਿਆ, ਸਾਰੇ 100 ਕ੍ਰਾਸ ਕਰ ਰਹੇ ਆ। ਤੁਹਾਨੂੰ ਹਜੇ ਤੱਕ ਇਹ ਸ਼ਰਮ ਨਹੀਂ ਆ ਰਹੀ ਕਿ ਤੁਸੀਂ ਵਾਅਦੇ ਕੀ ਕੀਤੇ ਸੀਗੇ ਤੇ ਹੋਈ ਬਿਲਕੁਲ ਹੀ ਉਲਟਾ ਜਾਂਦਾ। ਤੀਜੀ ਗੱਲ, ਮੈਂ ਇਹਨਾਂ ਨੂੰ ਪੁੱਛਣਾ, ਮੈਂ ਤੁਹਾਨੂੰ ਇੱਕ ਦਰਸ਼ਕਾਂ ਨੂੰ ਕਲੈਰੀਫਾਈ ਕਰਕੇ ਦੱਸ ਦੇਣਾ ਚਾਹਣਾ ਹੈ, 0% ਚਾਂਸ ਹੈ, 0% ਕੀ ਬੀਜੇਪੀ ਜਿੱਤੂਗੀ। ਜੇ 5 ਸੀਟਾਂ ਬੀਜੇਪੀ ਜਿੱਤ ਜੇ ਨਾ ਪੰਜਾਬ 'ਚ, ਤਾਂ ਇਹਨਾਂ ਲਈ ਬਹੁਤ ਵੱਡੀ ਇੱਕ ਅਚੀਵਮੈਂਟ ਹੋਊਗੀ, ਕਿਉਂਕਿ ਆਪਾਂ ਪਹਿਲਾਂ ਵੀ ਦੇਖਿਆ ਦਿਓਲ ਸਾਹਿਬ ਆ ਕੇ ਲੜ ਕੇ ਗੁਰਦਾਸਪੁਰ ਤੋਂ ਇਲੈਕਸ਼ਨ, ਉਸ ਤੋਂ ਬਾਅਦ ਬੰਬੇ ਤੋਂ ਇੱਧਰ ਮੂੰਹ ਕੀਤਾ, ਇੱਕ ਵਾਰੀ ਵੀ ਆਏ, ਇੱਕ ਵੀ ਕੰਮ ਹੋਇਆ ਨਹੀਂ ਹੋਇਆ। ਚਲੋ ਠੀਕ ਹੈ ਖੜਿਆਲ ਸਾਹਿਬ, ਇਹ ਕਿਹਾ ਜਾਂਦਾ ਅਕਸਰ ਕਿ ਦੁਸ਼ਮਣ ਨੂੰ ਕਦੇ ਕਮਜ਼ੋਰ ਕਰਕੇ ਨਹੀਂ ਵੇਖਣਾ ਚਾਹੀਦਾ, ਸਿਫਰ ਕਰਕੇ ਤਾਂ ਬਿਲਕੁਲ ਵੀ ਨਹੀਂ, ਪਰ ਪੋਲਿਟਿਕਸ ਹੈਗੀ ਹੈ, ਇਸ ਦੇ ਵਿੱਚ ਸਾਰੀ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ, ਆਪਣੇ ਪੱਧਰ ਤੇ ਜ਼ਰੂਰੀ ਹੁੰਦੀਆਂ ਨੇ ਔਰ ਆਪਣੇ ਆਪ ਨੂੰ ਸਟਰੋਂਗ ਵਿਖਾਉਣ ਲਈ ਵੀ ਜ਼ਰੂਰੀ ਹੁੰਦੀਆਂ ਨੇ। ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆ ਰਹੇ ਹਾਂ। ਬ੍ਰੇਕ ਤੇ ਵਾਪਸ ਆਉਣ ਤੋਂ ਬਾਅਦ ਭੁੱਲਰ ਸਾਹਿਬ, ਇਹ ਜਿਹੜੀ ਸਮਿਟ ਦੀ ਗੱਲ ਹੁੰਦੀ ਹੈ, ਇਨਵੈਸਟਰ ਸਮਿਟ ਦੀ ਗੱਲ ਹੁੰਦੀ ਹੈ, ਇਹ ਦਾਅਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਬਹੁਤ ਕਰਦਾ ਰਿਹਾ। ਮੈਨੀਫੈਸਟੋ ਦੇ ਵਿੱਚ ਬਿਲਬੋਰਡ ਲਾ ਕੇ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਸਨਅਤ ਆ ਗਈ ਹੈ, ਸਨਅਤ ਨੂੰ ਅਸੀਂ ਲੈ ਆਏ ਹਾਂ। ਕਿਹੜੀ ਸਨਅਤ ਜਿਹੜੀ ਹੈਗੀ ਉਹ ਨਹੀਂ ਆਈ, ਔਰ ਹੁਣ ਜਿਹੜੀ ਅਸਲ ਮਸਲੇ ਜਿਹੜੇ ਪੰਜਾਬ ਦੇ ਸੀਗੇ ਉਹਨਾਂ ਤੇ ਜਿਹੜਾ ਹੈਗਾ ਕਿਹੜੀ ਪਾਰਟੀ ਕਿੱਥੇ ਖੜੀ ਹੈ, ਇਸ ਤੇ ਗੱਲ ਕਰਾਂਗੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਮੁੜ ਤੋਂ ਸਵਾਗਤ ਕਰਦੇ ਹਾਂ। ਨਮਸਕਾਰ। ਪੰਜਾਬ ਦੇ ਲਈ ਭਾਜਪਾ ਦਾ ਪਲਾਨ ਕੀ ਹੈਗਾ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਵਾਲ ਇੱਕੋ ਹੈਗਾ, 2022 ਦੇ ਸਿਆਸੀ ਦੰਗਲ ਦੇ ਲਈ ਭਾਜਪਾ ਨੇ ਕਿਹੜੇ ਪੱਤੇ ਤਿਆਰ ਕੀਤੇ ਨੇ? ਭੁੱਲਰ ਸਾਹਿਬ
ਇਹ ਜਿਹੜੀ ਸਮਿਟ ਦੀ ਗੱਲ ਹੋ ਰਹੀ ਹੈ, ਇਨਵੈਸਟਰ ਸਮਿਟ ਦੀ, ਇਹ ਤਾਂ ਅਕਾਲੀ ਦਲ ਵੀ ਲਗਾਤਾਰ ਵਾਅਦੇ ਕਰਦਾ ਰਿਹਾ ਹੈ ਕਿ ਦਿਖਾਉਂਦਾ ਵੀ ਰਿਹਾ ਹੈ ਕਿ ਅਸੀਂ ਬਹੁਤ ਸਾਰੇ ਇਨਵੈਸਟਮੈਂਟ ਲੈ ਆਏ ਹਾਂ, ਮੀਟਿੰਗਸ ਵੀ ਬਥੇਰੀਆਂ ਦਿਖਾਈਆਂ ਗਈਆਂ। ਉਸ ਤੋਂ ਬਾਅਦ ਵੀ ਅਕਾਲੀ ਦਲ ਵਜ਼ਾਰਤ ਤੋਂ ਬਾਹਰ ਹੋ ਗਿਆ ਸੀਗਾ। ਹੁਣ ਜਿਹੜੀ ਗੱਲ ਸੋਢੀ ਸਾਹਿਬ ਕਹਿ ਰਹੇ ਨੇ ਕਿ ਸਰਕਾਰਾਂ ਦੀ ਨਾਕਾਮੀ ਕਰਕੇ ਔਰ ਇਸੇ ਨਾਕਾਮੀ ਦਾ ਅਸੀਂ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਤੇ ਨਾ ਕਿਤੇ ਨਵੇਂ ਪੰਜਾਬ ਲਈ ਨਵਾਂ ਪਲਾਨ ਹੈਗਾ, ਕੀ ਲੱਗਦਾ ਕੋਈ ਅਜਿਹੀ ਖਾਮੀ ਸੀਗੀ? ਦੇਖੋ ਇਸ ਤਰ੍ਹਾਂ ਹੈਗਾ ਕਿ ਉਹ ਸਰਕਾਰ ਦੇ ਵਿੱਚ ਸੋਢੀ ਸਾਹਿਬ ਦੀ ਪਾਰਟੀ ਭਾਈਵਾਲ ਸੀ ਜਿਹੜੀ 10 ਸਾਲ ਚੱਲੀ, ਔਰ ਅਗਰ ਨਾਕਾਮੀ ਸੀ ਤੇ ਉਹ ਦੋਨਾਂ ਧੜਿਆਂ ਦੀ ਸੀਗੀ। ਔਰ ਅੱਜ ਜਿਹੜੀ ਨਾਕਾਮੀ ਦੀ ਅਸੀਂ ਗੱਲ ਕਰ ਰਹੇ ਹਾਂ, ਅੱਜ ਅਸੀਂ ਸੈਂਟਰ ਸਰਕਾਰ ਦੀ ਨਾਕਾਮੀ ਦੀ ਗੱਲ ਕਰ ਰਹੇ ਹਾਂ, ਜਿਹਨੇ ਮਹਿੰਗਾਈ ਇੱਥੋਂ ਤੱਕ ਪਹੁੰਚਾਤੀ ਹੈ ਕਿ ਇੱਕ ਆਮ ਦੀ ਜਿਹੜਾ ਬੰਦਾ ਹੈਗਾ ਕਿ ਮਿਡਿਓਕਰ ਫੈਮਿਲੀਜ਼ ਜਿਹੜੀਆਂ ਹੈਗੀਆਂ ਨੇ ਉਸ ਤੱਕ ਪਹੁੰਚ ਹੀ ਨਹੀਂ ਹੈਗੀ ਉਹਨਾਂ ਦੀ। ਅੱਜ ਸਿਲੰਡਰ ਲੈਣ ਦੀ, ਤੇਲ ਪਾਉਣ ਦੀ, ਅੱਜ ਜਿਹੜਾ ਸਰੋਂ ਦਾ ਤੇਲ ਹੀ ਹੈ ਜਿਹਨੂੰ ਆਪਾਂ ਘਰਾਂ ਯੂਜ਼ ਕਰਨਾ ਹੈ, ਅੱਜ ਉਹ ਕਿੱਥੇ ਰੇਟ ਪਹੁੰਚ ਚੁੱਕੇ ਨੇ, ਕੋਈ ਕੰਟਰੋਲ ਨਹੀਂ ਹੈ। ਐਵਰੀ ਡੇ ਹਰ ਮਿੰਟ ਜਿਹੜਾ ਹੈਗਾ ਰੇਟ ਵੱਧ ਰਿਹਾ ਅੱਜ। ਔਰ ਹੋਰ ਦੱਸ ਦਿੰਦੇ ਆ ਕਿ ਮੈਂ ਸੋਢੀ ਸਾਹਿਬ ਬੈਠੇ ਨੇ, ਸੋਢੀ ਸਾਹਿਬ ਜਿਹੜੇ ਕਿਸਾਨ ਕਾਨੂੰਨ ਨੇ ਮੈਂ ਉਹਨਾਂ ਨੂੰ ਛੱਡ ਦਿੰਦਾ ਇੱਕ ਪਾਸੇ। 25,000 ਏਕੜ ਪੰਜਾਬ ਦੀ ਜ਼ਮੀਨ ਜਿਹੜੀ ਹੈ ਐਕਸਪ੍ਰੈਸ ਹਾਈਵੇ ਵਾਸਤੇ ਲਈ ਜਾ ਰਹੀ ਹੈ। ਜਿਹੜਾ ਰੂਲ ਹੈ, ਸਿਸਟਮ ਹੈ ਜਿਹੜਾ, ਉਹਦੇ 'ਚ ਇਹ ਹੈ ਵੀ ਜਿਹੜੀ ਲਾਸਟ ਰਜਿਸਟਰੀ ਹੋਈ ਹੈ ਤੋਂ 3 ਤੋਂ 4 ਗੁਣਾ ਜਿਹੜਾ ਹੈਗਾ ਉਹਦਾ ਮੁਆਵਜ਼ਾ ਦਿੱਤਾ ਜਾਏਗਾ। ਅੱਜ ਪਿਛਲੇ ਟਾਈਮ ਦੇ ਵਿੱਚ ਮਿਲੀ ਭੁਗਤ ਦੇ ਨਾਲ ਰਜਿਸਟਰੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਜਿਹੜਾ ਰੇਟ ਸੀਗਾ ਸਰਕਲ ਰੇਟ, ਉਹਨੂੰ ਘਟਾ ਕੇ ਤੇ ਉਹਦੇ ਹਿਸਾਬ ਨਾਲ ਘਟਾ ਕੇ ਪੈਸੇ ਦਿੱਤੇ ਜਾ ਰਹੇ ਨੇ। ਜਿੱਥੇ ਜ਼ਮੀਨ ਦਾ ਰੇਟ 1.25 ਕਰੋੜ ਰੁਪਈਆ ਉੱਥੇ 50 ਲੱਖ ਦਿੱਤਾ ਜਾ ਰਿਹਾ, ਜਿੱਥੇ 50 ਲੱਖ ਹੈ ਉਹਦੇ 25 ਲੱਖ ਦਿੱਤਾ ਜਾ ਰਿਹਾ, ਜਿੱਥੇ 25 ਲੱਖ ਹੈ ਉਹਦੇ 7 ਲੱਖ ਦਿੱਤਾ ਜਾ ਰਿਹਾ। ਅੱਜ ਕਿਸਾਨ ਉਹ ਵੀ ਸੜਕਾਂ ਦੇ ਉੱਤੇ ਹੈ, ਆਪਣੀ ਜ਼ਮੀਨ ਦੀ ਲੜਾਈ ਲੜ ਰਿਹਾ। ਔਰ ਜਿਨ੍ਹਾਂ ਲੋਕਾਂ ਦੀ ਜਦੋਂ ਕਿ 10 ਫੁੱਟ ਉੱਚੀ ਸੜਕ ਬਣਨੀ ਹੈ, ਇੱਕ ਬਾਰਡਰ ਬਣ ਜਾਣਾ ਹੈ, 2 ਸਟੇਟਾਂ ਬਣ ਜਾਣੀਆਂ ਇੱਕ ਤਰ੍ਹਾਂ ਨਾਲ, ਜਿਹੜੇ ਕਿਸਾਨ ਦੀ ਅੱਧੀ ਜ਼ਮੀਨ ਉੱਧਰ ਰਹਿ ਜਾਣੀ, ਅੱਧੀ ਇੱਧਰ ਰਹਿ ਜਾਣੀ ਹੈ, ਉਹਦੀ ਇੱਕ ਇੱਧਰ ਟਿਊਬਵੈਲ ਲੱਗਾ ਹੈ, ਦੂਜੇ ਪਾਸੇ ਵੀ ਟਿਊਬਵੈਲ ਲਾਉਣਾ ਪੈਣਾ ਹੈ। ਉਹਨਾਂ ਨੂੰ ਮੁਆਵਜ਼ਾ ਦਿੰਦੇ ਹੈ, ਤੁਹਾਨੂੰ ਪ੍ਰੋਬਲਮ ਆ ਰਹੀ, ਉਹਦੇ ਵਾਸਤੇ ਕੋਈ ਆਵਾਜ਼ ਨਹੀਂ ਚੱਕ ਰਿਹਾ, ਤੁਸੀਂ ਕਿਸਾਨਾਂ ਦੀ ਹਮਾਇਤ ਦੀ ਗੱਲ ਕਰਦੇ ਹੋ। ਦੂਸਰੀ ਗੱਲ ਜਿਹੜੀ ਹੈਗੀ ਹੈ, ਅੱਜ ਬੀਜੇਪੀ ਦਾ ਅਗਰ ਤੁਸੀਂ ਥੋੜੇ ਟਾਈਮ ਦੇ ਵਿੱਚੋਂ ਪਿਛਲੇ 6-7 ਮਹੀਨਿਆਂ ਤੋਂ ਜਾਂ ਸਾਲ ਤੋਂ ਅਗਰ ਤੁਸੀਂ ਦੇਖੋ, ਜਿਹੜੇ ਲੋਕਾਂ ਨੂੰ ਜੁਆਇਨਿੰਗ ਕਰਾਈ ਜਾ ਰਹੀ ਹੈ, ਜਿਹੜੇ ਸਿੱਖ ਚਿਹਰਿਆਂ ਨੂੰ ਲੈ ਕੇ ਆਇਆ ਜਾ ਰਿਹਾ, ਉਹ ਕੌਣ ਨੇ? ਜਾਂ ਤੇ ਪੁਲਿਸ ਕੈਟ ਨੇ ਜਿਹੜੇ ਖਾਲਿਸਤਾਨੀ ਇਹ ਗੱਲ ਕਰਦੇ ਨੇ, ਜਾਂ ਉਸ ਧੀਰ ਚੋਂ ਨਿਕਲੇ ਹੋਏ ਲੋਕ ਨੇ। ਕੋਈ ਸੈਕਸ਼ਨ ਫੈਡਰੇਸ਼ਨ ਚੋਂ ਜਿਹੜਾ ਖਾਲਿਸਤਾਨ ਦੇ ਨਾਰੇ ਲਾਉਂਦਾ ਰਿਹਾ ਉਹਨੂੰ ਜੁਆਇਨ ਕਰਾਇਆ ਜਾ ਰਿਹਾ, ਕੋਈ ਜਿਹੜਾ ਉਸ ਟਾਈਮ ਉਸ ਧੀਰਾਂ 'ਚ ਰਿਹਾ ਹੈਗਾ ਖੜਕੂਵਾਦ ਦੇ ਵਿੱਚ, ਉਹਨਾਂ ਲੋਕਾਂ ਨੂੰ ਸਟੇਜਾਂ ਉੱਤੇ ਚੜਾਇਆ ਜਾ ਰਿਹਾ। ਇਹ ਕਿਹੋ ਜਿਹੇ ਪੰਜਾਬ ਨੂੰ ਲੈ ਕੇ ਆਉਣਾ ਚਾਹੁੰਦੇ ਆ? ਫਿਰ ਇਹਨਾਂ ਦੇ ਜਿਹੜੇ ਪ੍ਰਵਕਤਾ ਨੇ ਉਹ ਆ ਕੇ ਸਵਾਏ ਦਲਿਤ ਜੱਟ ਔਰ ਸਵਾਏ ਸਿੱਖ ਔਰ ਹਿੰਦੂ ਦੇ ਕੋਈ ਗੱਲ ਦੂਜੀ ਨਹੀਂ ਕਰਦੇ, ਉਹ ਹਮੇਸ਼ਾ ਆ ਕੇ ਉਸੇ ਦਾ ਪਾੜਾ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਇੱਕ ਇਹਨਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਏਮਸ ਹਸਪੀਟਲ ਲੈ ਕੇ ਆਂਦਾ, ਉਦੋਂ ਹੀ ਲੈ ਕੇ ਆਂਦਾ। ਮੈਂ ਤਾਂ ਫਿਰ ਪੁੱਛਣਾ ਚਾਹੁੰਦਾ ਕਿ ਤੁਹਾਡੇ ਮੰਤਰੀ 2 ਰਹਿ ਲਏ, ਇੱਕ ਪਿਛਲੀ ਸਰਕਾਰ 'ਚ ਰਹਿ ਲਿਆ, ਇੱਕ ਹੋਣੇ ਵਾਲੀ ਸਰਕਾਰ 'ਚ ਹੈ। ਸਾਰੇ ਪੰਜਾਬ ਨੂੰ ਛੱਡੋ, ਉਹ ਆਪਣੇ ਇਲਾਕੇ ਵਾਸਤੇ ਕੀ ਲੈ ਕੇ ਆਏ? ਔਰ ਇੱਕੋ ਇਲਾਕੇ ਚੋਂ ਨੇ ਦੋਨੋਂ, ਹੁਸ਼ਿਆਰਪੁਰ ਦਾ ਜਿਹੜਾ ਕੰਸਟੀਟੂਐਂਸੀ ਹੈ ਉਹ ਚੋਂ ਨੇ ਇੱਕ ਛੋਟੀ ਮੋਟੀ ਕੋਈ ਇੰਡਸਟਰੀ ਉੱਥੇ ਕੋਈ ਲੈਣ ਦੀ ਹੋਵੇ, ਉਹਨਾਂ ਨੇ ਕੁਝ ਕੰਮ ਕਰਾ ਲਿਆ ਹੋਵੇ, ਕੋਈ ਉੱਥੇ ਵੱਡਾ ਹਸਪੀਟਲ ਲਾਏ ਹੋਣ, ਕੋਈ ਮੈਡੀਕਲ ਕਾਲਜ, ਕੋਈ IIT, ਕੋਈ ਚੰਗਾ ਯੂਨੀਵਰਸਿਟੀ ਲੈ ਕੇ ਆਂਦੀ ਹੋਵੇ, ਉਹ ਦੱਸੋ ਤੁਸੀਂ। ਸਵਾਏ ਔਰ ਸਵਾਏ ਸਿਰਫ ਗੱਲਾਂ ਮਾਰਨ ਤੋਂ, ਲੋਕਾਂ ਦਾ ਧਿਆਨ ਹਟਾਉਣ ਤੋਂ ਅੱਜ ਸਹਾਰਾ ਲੱਭ ਰਹੇ ਨੇ। ਕੈਪਟਨ ਸਾਹਿਬ ਇਹਨਾਂ ਦਾ, ਇਹ ਕੈਪਟਨ ਸਾਹਿਬ ਦਾ ਲੱਭ ਰਹੇ ਨੇ। ਇਹਨਾਂ ਨੇ ਗੱਲ ਕੀਤੀ ਦਲਿਤ ਚਿਹਰਾ CM ਬਣਾਵਾਂਗੇ ਅਸੀਂ, ਤੁਸੀਂ ਅਨਾਉਂਸ ਕਰ ਦੋ ਕਿਹਨੂੰ ਬਣਾਓਗੇ ਤੁਸੀਂ? ਅਗਰ ਦਲਿਤ ਚਿਹਰਾ ਹੀ ਗੱਲ, ਦੂਜੇ ਪਾਸੇ ਕਹਿੰਦੇ ਅਸੀਂ ਸਿੱਖ ਚਿਹਰਾ ਬਣਾਵਾਂਗੇ ਜੀ। ਮਤਲਬ ਆਪਸ ਆਇਆ ਕਨਫਿਊਜ਼ਨ ਹੀ ਨਹੀਂ ਜ਼ਿਆਦਾ ਇਹਨਾਂ ਦੀ। ਔਰ ਉਸ ਕਨਫਿਊਜ਼ਨ ਚੋਂ ਜਿਹੜੀ ਭਾਰਤੀ ਜਨਤਾ ਪਾਰਟੀ ਬਾਹਰ ਹੀ ਨਹੀਂ ਆ ਰਹੀ। ਅੱਜ ਦੀ ਜਿਹੜੀ ਇਹਨਾਂ ਦੀ ਲੀਡਰਸ਼ਿਪ ਹੈ, ਇਹਨੀ ਨਕੰਮੀ ਹੈ ਜਿਹੜੀ ਉੱਪਰ ਬੈਠੀ ਹੋਈ ਹੈ, ਉਹ ਸਵਾਏ ਔਰ ਸਵਾਏ ਹਿੰਦੂ ਸਿੱਖ ਰਾਜਨੀਤੀ ਤੋਂ ਲਾਹਾ ਲੈਣ ਤੋਂ ਸਵਾਏ ਕੋਈ ਦੂਜੀ ਗੱਲ ਨਹੀਂ ਕਰਦੇ। ਪੰਜਾਬ ਦਾ ਕੀ ਭਲਾ ਕਰਨਗੇ? ਪੰਜਾਬ ਦੇ ਵਿੱਚ ਇਹਨਾਂ ਰੋਡ ਮੈਪ ਕੀ ਹੋਏਗਾ ਇਹ ਅਨਾਉਂਸ ਕਰਨ, ਦੱਸਣ ਕੀ ਹੋਏਗਾ। ਔਰ ਜਦੋਂ ਡਰੱਗਸ ਦੀ ਬਾਰ-ਬਾਰ ਗੱਲ ਕਰਦੇ ਆ, ਪਹਿਲਾਂ ਗੁਜਰਾਤ ਦੀ ਉਹ ਬੰਦਰਗਾਹ ਬੰਦ ਕਰਾਓ ਜਿੱਥੋਂ ਹਜ਼ਾਰਾਂ ਕਰੋੜ ਦਾ ਡਰੱਗਸ ਜਿਹੜਾ ਇੱਕ ਵਾਰ ਨਹੀਂ 2 ਵਾਰ ਫੜਿਆ ਗਿਆ, ਔਰ ਕਿੰਨਾ ਡਰੱਗਸ ਉਥੋਂ ਨਿਕਲ ਚੁੱਕਿਆ ਪਹਿਲਾਂ। ਅੱਜ ਸਭ ਤੋਂ ਵੱਡਾ ਜਿਹੜਾ ਡਰੱਗ ਮਾਫੀਆ ਗੁਜਰਾਤ 'ਚ ਹੈ। ਗੁਜਰਾਤ ਬਾਰੇ ਕੀ ਗੱਲ ਕਰੋਗੇ ਤੁਸੀਂ? ਦਿਆਲ ਥੋੜੀ ਸਾਹਿਬ, ਚਿਹਰਾ ਕੌਣ ਹੋਏਗਾ? ਸਵਾਲ ਬਹੁਤ ਸਿੱਧਾ ਜਾ ਉੱਠ ਕੇ ਆਂਦਾ ਹੈ। ਜਦੋਂ ਸਾਰੀ ਪਾਰਟੀਆਂ ਇਹ ਕਹਿ ਰਹੀਆਂ, ਹੁਣ ਅਕਾਲੀ ਦਲ ਕਹਿੰਦਾ ਸੁਖਬੀਰ ਬਾਦਲ ਚਿਹਰਾ ਨੇ, ਕਾਂਗਰਸ ਕਹਿੰਦੀ ਹੈ ਕਿ ਸਾਡੇ ਕੋਲ ਤਾਂ ਚਿਹਰੇ ਹੀ ਚਿਹਰੇ ਨੇ, ਅਸੀਂ ਨਵਜੋਤ ਸਿੰਘ ਸਿੱਧੂ ਨੂੰ, ਉੱਥੇ ਕਨਫਿਊਜ਼ਨ ਹਾਲਾਂਕਿ ਬਹੁਤ ਵੱਡੀ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਅੱਗੇ ਲੀਡ ਕਰਨਗੇ ਜਾਂ ਚਰਨਜੀਤ ਚੰਨੀ ਕਰਨਗੇ ਜਾਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਕਰਨਗੇ, ਬਟ ਐਟ ਲਾਸਟ ਦੇ ਹੈਵ ਫੇਸ। ਬੀਜੇਪੀ ਜਦੋਂ ਇਹ ਕਹਿੰਦੀ ਹੈ ਕਿ PM ਮੋਦੀ ਦੇ ਨਾਂ ਤੇ ਅਸੀਂ ਚੋਣ ਨਹੀਂ ਲੜਾਂਗੇ, ਇਹ ਤੈਅ ਹੋ ਗਿਆ, ਸਟੇਟ ਦੀਆਂ ਚੋਣਾਂ PM ਮੋਦੀ ਦੇ ਨਾਂ ਤੇ ਨਹੀਂ ਲੜਾਂਗੇ ਪੱਛਮ ਬੰਗਾਲ ਦੇ ਰਿਜ਼ਲਟ ਤੋਂ ਬਾਅਦ। ਹੁਣ ਪੰਜਾਬ ਦੇ ਲਈ ਚਿਹਰਾ ਕੌਣ ਹੋਏਗਾ? 117 ਸੀਟਾਂ ਠੀਕ ਹੈ, ਤੁਹਾਡੀ ਗੱਲ ਮੰਨ ਲਈ। ਦੇਖੋ ਗਗਨ ਜੀ, ਗੱਲ ਇਸ ਤਰ੍ਹਾਂ ਹੈ, ਮੈਨੂੰ ਲੱਗਦਾ ਸੀ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਾਂਗਰਸ ਨੇ ਉਦਯੋਗ ਦੇ ਵਾਸਤੇ ਇੱਥੇ ਮਾਹੌਲ ਨਹੀਂ ਬਣਾਇਆ ਜਾਂ 5 ਰੁਪਏ ਬਿਜਲੀ ਦੇਣ ਦੀ ਗੱਲ ਕੀਤੀ ਸੀ, ਮੈਨੂੰ ਲੱਗਦਾ ਸੀ ਅਕਾਲੀ ਦਲ ਉਹ ਤੇ ਗੱਲ ਕਰੂਗਾ। ਲੇਕਿਨ ਠੀਕ ਹੈ ਕਿ ਇਹਨਾਂ ਨੇ ਸੈਂਟਰ ਦੀ ਗੱਲ ਕੀਤੀ ਹੈ, ਤੇ ਮੈਂ 10 ਸਾਲਾਂ ਦੀਆਂ ਜਿਹੜੀਆਂ ਇਹਨਾਂ ਨੇ ਮੈਨੂੰ ਕਿਹਾ ਛੋਟੇ ਸਾਹਿਬ ਅੱਜ 117 ਸੀਟਾਂ ਬਾਰੇ ਗੱਲ ਹੋ ਰਹੀ ਹੈ, ਕਾਂਗਰਸ ਬਾਰੇ ਗੱਲ ਨਹੀਂ ਕਰਨ ਆਏ ਅਸੀਂ। ਤੁਸੀਂ 117 ਤੋਂ ਲੜਨਾ ਹੈ, ਕੀ ਰੋਡ ਮੈਪ ਲੈ ਕੇ ਲੜੋਗੇ, ਉੱਤੇ ਗੱਲ ਕਰਨ ਆਏ ਅਸੀਂ। ਭੁੱਲਰ ਸਾਹਿਬ, ਮੈਂ ਅਕਾਲੀ ਦਲ ਦੇ ਰੋਡ ਮੈਪ ਨੂੰ ਵੀ ਜਾਣਦਾ ਹੈ, ਮੈਂ ਸਾਰੀ ਗੱਲ ਜਾਣਦਾ, ਲੇਕਿਨ ਜਿਹੜੀ ਗੱਲ ਤੁਸੀਂ ਚਿਹਰੇ ਦੀ ਕਰਦੇ ਹੋ, ਇਹ ਮੇਰੇ ਵੱਸ ਦੀ ਗੱਲ ਨਹੀਂ ਹੈ ਵੀ ਮੈਂ ਕਿਸੇ ਨੂੰ ਚਿਹਰਾ ਪੇਸ਼ ਕਰਾਂ।
ਇਹਦਾ ਜਿਹੜਾ ਫੈਸਲਾ ਉਹ ਹਾਈ ਕਮਾਂਡ ਨੇ ਕਰਨਾ ਹੈ। ਹਜੇ ਚਿਹਰਾ ਤਾਂ ਕਾਂਗਰਸ ਨੇ ਨਹੀਂ ਕੀਤਾ, ਆਮ ਆਦਮੀ ਪਾਰਟੀ ਨੇ ਨਹੀਂ ਚਿਹਰਾ ਆਪਦਾ ਕੀਤਾ। ਸੁਖਬੀਰ ਬਾਦਲ ਇੱਕ ਧਰ ਦੀ ਜਿਹੜੀ ਪ੍ਰਾਈਵੇਟ ਪਾਰਟੀ ਹੈ, ਉਹਨਾਂ ਨੇ ਕਿਹੜਾ ਕਿਸੇ ਦੀ ਲੈ ਫਿਰ ਹਾਲ ਤੇ ਉਹੀ ਰਹੇਗਾ ਸੋਢੀ ਸਾਹਿਬ ਵੀ ਚੰਨੀ ਸਾਹਿਬ ਅੱਜ ਗੇੜੇ ਲਾਈ ਜਾਂਦੇ ਦਿੱਲੀ ਦੇ, ਤੁਹਾਡਾ ਵੀ ਜਿਹੜਾ ਕੋਈ ਚਿਹਰਾ ਲੈ ਗਿਆ ਹੋਗੇ ਉਹ ਗੇੜੇ ਦਿੱਲੀ ਦੇ ਲਾਊ ਬਸ ਨਾ। ਸਾਡਾ ਕੋਰ ਗਰੁੱਪ ਬਹਿੰਦਾ, ਕੋਰ ਗਰੁੱਪ ਬੈਠ ਕੇ ਚਿਹਰੇ ਬਾਰੇ ਫੈਸਲਾ ਕਰੂਗਾ। ਸੋਢੀ ਸਾਹਿਬ ਚਿਹਰਾ ਉੱਥੇ ਡਿਸਾਈਡ ਹੋ ਜਾਏਗਾ। ਪੰਜਾਬ ਦੇ ਜਿਹੜੇ ਕੋਰ ਇਸ਼ੂ ਸੀਗੇ, ਜਿਹੜੇ ਹਰੇਕ ਚੋਣਾਂ ਦੇ ਵਿੱਚ ਅਸਰ ਹੇਠ ਰਹਿੰਦੇ ਨੇ, ਚੰਡੀਗੜ੍ਹ ਦਾ ਮਸਲਾ ਹੈਗਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੈਗਾ, ਪੰਜਾਬ ਦੇ ਪਾਣੀ ਦਾ ਮਸਲਾ ਹੈਗਾ, ਉਸ ਤੇ ਤਾਂ ਕੁਝ ਕਿਹਾ ਜਾ ਸਕਦਾ ਹੈ। ਗਜਿੰਦਰ ਸਿੰਘ ਸ਼ੇਖਾਵਤ ਜਿਹੜੇ ਤੁਹਾਡੇ ਇੰਚਾਰਜ ਨੇ, ਉਹ ਜਲ ਸ਼ਕਤੀ ਮੰਤਰੀ ਨੇ, ਸਤਲੁਜ ਯਮੁਨਾ ਲਿੰਕ ਦੇ ਬਾਰੇ ਕੋਈ ਗੱਲ ਹੀ ਨਹੀਂ ਹੈਗੀ, SYL ਦੇ ਬਾਰੇ ਨਹੀਂ। ਮੈਂ ਗਗਨ ਜੀ ਆ ਭੁੱਲਰ ਸਾਹਿਬ ਬੈਠੇ ਆ, ਡਿਬੇਟ ਕਰਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ। ਅੱਜ ਵੀ SYL ਦੇ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਨਾਲ ਸਟੈਂਡ ਹੈ। ਅਸੀਂ ਪੰਜਾਬ ਦਾ ਇੱਕ ਪਾਣੀ ਵੀ ਵਾਧੂ ਜਾਣ ਦੇਣ ਦੀ ਹਮੇਸ਼ਾ ਜਿਹੜੀ ਜਾਣ ਨਹੀਂ ਦੇਵਾਂਗੇ। ਅਸੀਂ ਗੱਲ ਕਰਦੇ ਹਾਂ, ਸਾਡਾ ਸਟੈਂਡ ਬਿਲਕੁਲ ਅੱਜ ਕਾਇਮ ਹੈ ਉਸ ਦੇ ਉੱਤੇ। ਇਹ ਗੱਲਾਂ ਸਾਰਾ ਪੰਜਾਬ ਕਈ ਦਹਾਕਿਆਂ ਤੋਂ ਸੁਣਦਾ ਆ ਰਿਹਾ ਹੈ। ਜਦੋਂ ਦਾ ਇਹ ਮਸਲਾ ਸ਼ੁਰੂ ਹੋਇਆ ਉਸ ਤੋਂ ਬਾਅਦ ਗੱਲਾਂ ਹੀ ਹੋ ਰਹੀਆਂ ਨੇ। ਹੁਣ ਤਾਂ ਸੈਂਟਰ ਵਿੱਚ ਤੁਸੀਂ ਹੋ, ਹਰਿਆਣਾ ਵਿੱਚ ਤੁਸੀਂ ਹੋ, ਇੱਥੇ ਤੁਹਾਡੇ ਜਿਹੜੇ ਇੰਚਾਰਜ ਨੇ ਉਹ ਜਲ ਸ਼ਕਤੀ ਮੰਤਰੀ ਨੇ, ਉਹਨਾਂ ਨੂੰ ਸਿੱਧਾ ਕਹਿ ਕੇ ਜਦੋਂ ਗੱਲਬਾਤ ਦੇ ਰਾਹੀਂ ਸਾਰਾ ਕੁਝ ਸੋਲਵ ਹੋਣਾ ਹੈ ਤਾਂ ਗੱਲਬਾਤ ਕਰਾਈ ਜਾ ਸਕਦੀ ਹੈ। ਨਹੀਂ ਅਸੀਂ ਕਦੋਂ ਕਹਿੰਦੇ, ਅਸੀਂ ਤਾਂ ਕਹਿੰਦਾ ਜਿਹੜੇ ਮਸਲੇ ਆ ਹਮੇਸ਼ਾ ਹੀ ਗੱਲਬਾਤ ਰਾਹੀਂ ਸਿੱਧ ਹੁੰਦੇ ਨੇ, ਗੱਲਬਾਤ ਰਾਹੀਂ ਹੋਣਗੇ। ਟੇਬਲ ਤੇ ਬੈਠ ਕੇ ਜਦੋਂ ਅਸੀਂ ਗੱਲਬਾਤ ਕਰਦੇ ਆ ਉਦੋਂ ਹੀ ਮਸਲੇ ਹੱਲ ਹੁੰਦੇ ਨੇ। ਲੇਕਿਨ ਮੇਰਾ ਕਹਿਣਾ ਇਹ ਜਿਹੜੀ ਚਿਹਰਿਆਂ ਦੀ ਗੱਲ ਹੈ, ਚਿਹਰਾ ਮੇਰੇ ਵੱਸ ਦੀ ਗੱਲ ਨਹੀਂ ਹੈ। ਹਾਈ ਕਮਾਂਡ ਨੇ ਫੈਸਲਾ ਕਰਨਾ, ਤੁਹਾਡੀ ਮਜਬੂਰੀ ਸਮਝਦੇ ਹਾਂ। ਪ੍ਰੋਫੈਸਰ ਮਨਜੀਤ ਸਿੰਘ, ਪ੍ਰੋਫੈਸਰ ਮਨਜੀਤ ਸਿੰਘ, ਬਿਨਾਂ ਚਿਹਰੇ ਦੇ ਔਰ ਬਿਨਾਂ ਕੋਰ ਇਸ਼ੂਜ਼ ਦੇ ਸਟੈਂਡ ਕੀਤੇ ਲੱਗਦਾ ਹੈ ਕਿ ਬੀਜੇਪੀ ਦੇ ਲਈ ਕੋਈ ਰੋਡ ਮੈਪ ਤਿਆਰ ਹੋਏਗਾ? ਕੰਪਨੀ ਨਹੀਂ ਹੈ ਇਹ। ਠੀਕ ਹੈ ਪ੍ਰੋਫੈਸਰ ਮਨਜੀਤ ਸਿੰਘ। ਦੇਖੋ ਜੇ ਆਪਾਂ ਸੱਚੀ ਮੁੱਚੀ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਆ, ਪਾਰਟੀ ਕੋਈ ਵੀ ਆਵੇ, ਬੀਜੇਪੀ ਆ ਜੇ, ਸਾਨੂੰ ਕੀ ਦਿੱਕਤ ਹੈਗੀ ਆ? ਇੱਥੇ ਲੋਕਾਂ ਨੂੰ ਇਕੱਠੇ ਰਹਿਣ ਦੇਵੇ, ਲੜਾਏ ਨਾ, ਇੱਕ ਖੂਨ ਖਰਾਬਾ ਨਾ ਕਰਾਏ। ਪਹਿਲਾਂ ਹੀ ਸਾਡਾ ਪੰਜਾਬ ਵੰਡਿਆ ਗਿਆ, ਅਸੀਂ ਬੜੀ ਭਾਰੀ ਕੀਮਤ ਤਾਰੀ ਆ ਦੇਸ਼ ਨੂੰ ਆਜ਼ਾਦ ਕਰਾਉਣ ਦੀ, ਪੰਜਾਬ ਦੇ ਟੁਕੜੇ ਕਰਵਾ ਕੇ। ਹੁਣ ਫੇਰ 50 ਕਿਲੋਮੀਟਰ ਤੱਕ BSF ਲਾਤੀ ਆ, ਉਹ ਵੀ ਮੈਂ ਇੱਕ ਸਮਝਦਾ ਬਹੁਤ ਵੱਡਾ ਸੈਂਟਰ ਦਾ ਕੰਟਰੋਲ ਪੰਜਾਬ ਦੇ ਉੱਤੇ ਹੋਇਆ, ਉਸ ਤੇ ਵੀ ਤੁਹਾਨੂੰ ਸੋਚਣਾ ਚਾਹੀਦਾ। ਪਰ ਮੈਂ ਅਗਲੀ ਗੱਲ ਕਰਨੀ ਚਾਹੁੰਦਾ ਕਿ ਸੈਂਟਰ ਦੇ ਵਿੱਚ ਬੈਠੀ ਹੋਈ ਆ BJP, 7 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਪੰਜਾਬ ਲਈ ਕਿਹੜਾ ਪੈਕੇਜ ਆਇਆ ਵੀ ਇੰਡਸਟਰੀ ਲਈ ਥੋੜੀ ਸਾਹਿਬ? ਕਿਉਂਕਿ ਤੁਸੀਂ ਜੇ ਵਾਕਿਆ ਜੇ ਤੁਸੀਂ ਹਿਮਾਚਲ ਨੂੰ ਦੇ ਸਕਦੇ ਆ, ਉੱਤਰਾਖੰਡ ਨੂੰ ਦੇ ਸਕਦੇ ਆ, ਹਰ ਇੱਕ ਜਗ੍ਹਾ, ਹਰਿਆਣੇ ਨੂੰ ਵੈਸੇ ਹੀ ਬਹੁਤ ਫਾਇਦਾ ਕਿਉਂਕਿ ਉਹ ਨੇੜੇ ਤੇੜੇ ਦਿੱਲੀ ਦੇ ਹੈਗੇ ਆ, ਦਿੱਲੀ ਇੱਕ ਸੱਤਾ ਦਾ ਕੇਂਦਰ ਆ, ਉੱਥੇ ਗੁੜਗਾਉਂ, ਫਰੀਦਾਬਾਦ ਵੱਡੀ ਇੰਡਸਟਰੀਅਲ ਹੱਬ ਬਣ ਚੁੱਕੇ ਆ। ਪੰਜਾਬ ਦੂਰ ਹੋਣ ਕਰਕੇ ਉਹਨੂੰ ਇਹ ਡਿਸਐਡਵਾਂਟੇਜ ਹੈਗਾ। ਤੁਸੀਂ ਕਿਉਂ ਨਹੀਂ ਇੱਕ ਸਾਡੀ ਵੀ ਇੰਡਸਟਰੀ ਨੂੰ ਕੋਈ ਰਾਹਤ ਦਾ ਦਿੰਦੇ GST ਤੋਂ ਜਾਂ ਕਿਸੇ ਕਿਸਮ ਦਾ, ਕਿ ਜਿਹਨੂੰ ਟੈਕਸ ਹੌਲੀਡੇ ਕਹਿੰਦੇ, ਤਾਂ ਕਿ ਇੱਥੇ ਵੀ ਇੰਡਸਟਰੀ ਵੱਡੇ ਪੱਧਰ ਤੇ ਬੱਧੀ ਵਾਂਗੂ ਜਿਵੇਂ ਹਿਮਾਚਲ ਚ ਆਈ ਉਹ ਇੱਥੇ ਵੀ ਆਏ। ਪੰਜਾਬ ਦੀ ਇੰਡਸਟਰੀ ਬੱਧੀ ਚ ਗਈ ਹੈ, ਉਹ ਦੁਬਾਰਾ ਵਾਪਸ ਆ ਜੂਗੀ ਜੇ ਇੱਥੇ ਟੈਕਸ ਹੌਲੀਡੇ। ਦੂਸਰੀ ਗੱਲ, ਤੁਸੀਂ ਇਹ ਸਾਫ਼ ਚਾਹ ਰਿਹਾ, ਬਹੁਤ ਵਾਰੀ ਬਹਿਸਾਂ ਹੋ ਚੁੱਕੀਆਂ ਕਿ ਜੇ ਪੰਜਾਬ ਦਾ ਭਲਾ ਕਰਨਾ ਤਾਂ ਸਾਨੂੰ ਵਾਘਾ ਬਾਰਡਰ ਖੋਲਣਾ ਪਊਗਾ। ਇਹ ਕੋਈ ਨਵੀਂ ਗੱਲ ਨਹੀਂ ਹੈ, ਪਹਿਲਾਂ ਵੀ ਖੁੱਲ੍ਹਾ ਹੀ ਸੀ। ਹੁਣ ਜਿਉਂ ਬੰਦ ਹੋਇਆ ਕਸ਼ਮੀਰ ਤੋਂ ਬਾਅਦ ਬੰਦੇ ਹੀ ਪਿਆ ਹੈ। ਬੰਦ ਹੀ ਨਾ ਕਰੋ, ਪਹਿਲਾਂ ਨਾਲੋਂ ਵੀ ਕਈ ਗੁਣਾ ਜ਼ਿਆਦਾ ਓਪਨ ਵਪਾਰ ਸਾਨੂੰ ਕਰਨਾ ਪਊਗਾ। ਪੰਜਾਬ ਦੀ ਇੱਕੋ ਇੱਕ ਜੇ ਬਹੁਤ ਹੀ ਸੌਖੇ ਢੰਗ ਨਾਲ ਵਿਕਾਸ ਕਰ ਸਕਦੇ ਆ ਤਾਂ ਸਾਨੂੰ ਕਰਾਚੀ ਦੀ ਬੰਦਰਗਾਹ ਹਥਿਆਉਣ ਦਿਓ, ਸਾਨੂੰ ਇੱਧਰ ਦੀ, ਸਾਨੂੰ ਬੰਬੇ ਜਾਣ ਦਾ ਕੋਈ ਸ਼ੌਕ ਨਹੀਂ ਹੈ। ਉਹ ਤਾਂ ਹੋਊਗਾ ਜੇ BJP ਪਾਕਿਸਤਾਨ ਨਾਲ ਨਫ਼ਰਤ ਦਾ ਪਾਰਾ ਥੱਲੇ ਕਰੂਗੀ, ਉਹ ਬਹੁਤ ਚੜਿਆ ਹੋਇਆ। ਇਸ ਲਈ ਸਾਡੀ ਬੇਨਤੀ ਇਹ ਹੈ ਕਿ ਆਪਣੀ ਪਾਰਟੀ ਨੂੰ ਤੁਸੀਂ ਪੰਜਾਬੀ ਵਾਲੇ, ਪੰਜਾਬ ਦੇ ਜਿਹੜੇ ਬੰਦੇ, ਇਹ ਗੱਲ ਸਮਝਾਓ ਕਿ ਭਾਈ ਤੁਸੀਂ ਜਿਹੜਾ ਪਾਕਿਸਤਾਨ ਨਾਲ ਆਪਾਂ ਲਗਾਤਾਰ ਇਟਕਾ ਰੱਖਦੇ ਆ, ਉਹਨੂੰ ਘਟਾ ਕੇ ਇੱਕ ਬਾਰਡਰ ਦੇ ਉੱਤੇ ਪਿਆਰ ਵਾਲਾ, ਸਦਭਾਵਨਾ ਵਾਲਾ ਮਾਹੌਲ ਪੈਦਾ ਕਰਕੇ ਪੰਜਾਬ ਨੂੰ ਉਧਰ ਅਫਗਾਨਿਸਤਾਨ ਤੇ ਹੋਰ ਸੈਂਟਰਲ ਏਸ਼ੀਆ ਦੀ ਮਾਰਕੀਟ ਬਾਈ ਰੋਡ ਔਰ ਬਾਈ ਸੀ ਵੀ ਕਰਾਚੀ ਰਾਹੀਂ ਐਕਸੈਸ ਕਰ ਦਿਓ। ਅਸੀਂ ਆਪੇ ਬਥੇਰੇ ਤਕੜੇ ਆ, ਸਾਨੂੰ ਕੋਈ ਕੁਝ ਨਹੀਂ ਹੋਇਆ, ਸਾਨੂੰ ਕੋਈ ਫੌਜਾਂ ਦੀ ਲੋੜ ਨਹੀਂ ਹੈ ਕਿ ਅਸੀਂ ਕੁਝ ਕਰ ਨਹੀਂ ਸਕਦੇ। ਪ੍ਰੋਫੈਸਰ ਸਾਹਿਬ ਇੱਕ ਸਵਾਲ ਹੈ, ਜਿਹੜੀ BJP ਦੇ ਮੰਤਰੀ ਜਦੋਂ ਚੰਡੀਗੜ੍ਹ ਆਉਂਦੇ ਨੇ, ਉਹ BSF ਦੇ ਹੱਕਾਂ ਨੂੰ ਵਧਾਉਣ ਨੂੰ ਨੈਸ਼ਨਲਿਜ਼ਮ ਦੇ ਨਾਲ ਜੋੜਦੇ ਨੇ ਕਿ ਹਰੇਕ ਸਿਟੀਜ਼ਨ ਨੂੰ ਜਿਹੜਾ ਹੈਗਾ ਉਹ ਨੈਸ਼ਨਲਿਸਟ ਦਾ ਰੋਲ ਅਦਾ ਕਰਨਾ ਚਾਹੀਦਾ, ਇਸ ਤਰ੍ਹਾਂ ਦੇ ਫੈਸਲੇ ਦੀ ਸਪੋਰਟ ਕਰਨੀ ਚਾਹੀਦੀ ਹੈ। BSF ਦਾ ਜਦੋਂ ਦਾਇਰਾ ਵੱਧਦਾ ਹੈ ਤਾਂ ਇਸ ਫੈਸਲੇ ਦੀ ਸਪੋਰਟ ਕਰੇ। ਤੁਹਾਨੂੰ ਲੱਗਦਾ ਹੈ ਕਿ ਨੈਸ਼ਨਲਿਜ਼ਮ ਦੇ ਇਸ਼ੂ ਨੂੰ ਇਸ ਤਰੀਕੇ ਨਾਲ ਲਿੰਕ ਕਰਨ ਵਾਲੀ ਪਾਰਟੀ ਤੁਹਾਡੀ ਇਹ ਪਾਕਿਸਤਾਨ ਦੇ ਖਿਲਾਫ ਨਫ਼ਰਤ ਘਟ ਕਰਨ ਵਾਲੀ ਅਪੀਲ ਨੂੰ ਸਵੀਕਾਰ ਕਰੇਗੀ?
ਨਹੀਂ, ਉਹ ਤੇ ਸਾਨੂੰ ਪਤਾ ਨਹੀਂ ਕਰੂਗੀ ਤੇ ਸਾਡੀ ਬਦਕਿਸਮਤੀ ਹੋਊਗੀ, ਫਿਰ ਆਪਾਂ ਪੰਜਾਬ ਦੇ ਹੱਕ 'ਚ ਨਾ ਬੋਲੀਏ। ਮੇਰਾ ਤੇ ਇਹੀ ਕਹਿਣਾ ਨਾ, ਫਿਰ ਨਵਾਂ ਪੰਜਾਬ ਤੇ ਇਹੋ ਜਿਹਾ ਹੋਊਗਾ ਕਿ ਅੱਧਾ ਚਲਾ ਗਿਆ, ਅੱਧਾ ਬਾਕੀ ਦਾ ਵੀ ਭੇਜ ਦਿਆਂਗੇ BSF ਦੇ ਅੰਡਰ। ਇਹੋ ਨਵਾਂ ਪੰਜਾਬ ਤੇ ਫਿਰ ਕਸ਼ਮੀਰ ਵਰਗਾ ਹੋਊਗਾ। ਇਹ ਕਿਸੇ ਦਿਨ ਸਿੱਧਾ ਕੰਟਰੋਲ ਦਿੱਲੀ ਤੋਂ ਹੋਊਗਾ, ਪਹਿਲਾਂ ਹੀ ਬਹੁਤ ਜ਼ਿਆਦਾ ਕੰਟਰੋਲ ਹੈਗਾ। ਉਹ ਨਵੇਂ ਪੰਜਾਬ ਦੇ ਬਹੁਤੇ ਸੁਪਨੇ ਸਾਨੂੰ ਦੇਖਣ ਦੀ ਲੋੜ ਨਹੀਂ। ਜੋ ਧਰਾਤਲ ਦੀਆਂ ਪਰਿਸਥਿਤੀਆਂ ਉਹਨੂੰ ਸਾਨੂੰ ਸਾਫ਼-ਸਾਫ਼ ਦੇਖਣ ਦੀ ਲੋੜ ਹੈਗੀ ਹੈ। ਤੇ ਇਸ ਲਈ ਮੈਨੂੰ ਕੋਈ ਜਿਹੜੀ ਨੈਸ਼ਨਲਿਜ਼ਮ ਦੀ ਤੁਸੀਂ ਗੱਲ ਕਰਦੇ ਆ, ਮੈਨੂੰ ਉਹਦੇ ਬਾਰੇ ਕੋਈ ਸ਼ੱਕ ਨਹੀਂ ਹੈ। ਜਿਹੜੀ ਵੀ ਸ਼ਕਤੀ ਹੈ ਇਸ ਵੇਲੇ ਸੱਤਾ ਦੇ ਕੇਂਦਰੀਕਰਨ ਨੂੰ ਉਭਾਰਦੀ ਹੈ, ਭਾਵੇਂ ਉਹ ਮਿਲਟਰੀ ਦੀ ਸ਼ਕਤੀ ਦਾ ਕੇਂਦਰੀਕਰਨ ਹੋਵੇ, ਡਿਫੈਂਸ ਫੋਰਸਸ ਦੀ ਸ਼ਕਤੀ ਦਾ ਕੇਂਦਰੀਕਰਨ ਹੋਵੇ, ਰਾਜਨੀਤਿਕ BJP ਦੀ ਸ਼ਕਤੀ ਦੇ ਕੇਂਦਰੀਕਰਨ ਦੀ ਗੱਲ ਹੋਵੇ, ਜਾਂ ਏਕਾਧਿਕਾਰਵਾਦ ਦੇ ਜ਼ਿਆਦਾ ਹੱਕ ਹਕੂਕ ਦੀ ਗੱਲ ਹੋਵੇ, ਉਹ ਸਾਰਾ ਨੈਸ਼ਨਲਿਜ਼ਮ ਹੈ। ਨੇਸ਼ਨ ਦਾ ਮਤਲਬ ਹੀ ਇਹ ਕੱਢਿਆ ਜਾਂਦਾ। ਜਿਹੜੇ ਵੀ ਸੂਬਿਆਂ ਦੇ ਅਧਿਕਾਰਾਂ ਦੀ, ਆਮ ਲੋਕਾਂ ਦੀ, ਸੈਕੂਲਰਿਜ਼ਮ ਦੀ, ਸ਼ਾਂਤੀ ਦੀ, ਇਸ ਕਿਸਮ ਦੀ ਗੱਲ ਕਰੂਗਾ, ਸਮਾਜ ਦੀ ਮਜ਼ਬੂਤੀ ਦੀ ਗੱਲ ਕਰੂਗਾ, ਫੈਡਰਲਿਜ਼ਮ ਦੀ ਗੱਲ ਕਰੂਗਾ, ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੀ, ਜਾਂ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ, ਉਹ ਸਾਰੇ ਦੇ ਸਾਰੇ ਸ਼ੱਕ ਦੀ ਨਿਗਾਹ ਨਾਲ ਦੇਖੇ ਜਾਣਗੇ। ਔਰ ਉਹਨਾਂ ਲਈ ਭਾਸ਼ਾ ਇਹੀ ਹੋਊਗੀ ਕਿ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੈ, ਦੇਸ਼ ਵਿਰੋਧੀ ਹੈ, ਦੇਸ਼ ਭਗਤ ਨਹੀਂ ਹੈ। ਇਸ ਕਰਕੇ UAPA ਦੇ ਇਹਨਾਂ ਦੇ ਕਾਨੂੰਨ ਲਾ ਕੇ ਜੇਲ੍ਹਾਂ 'ਚ ਸਾਰੇ ਉਸ ਤਰ੍ਹਾਂ ਦੇ ਐਕਸ਼ਨ ਹੋਣਗੇ। ਠੀਕ ਹੈ, ਇੱਕ ਛੋਟਾ ਬ੍ਰੇਕ ਮੈਂ ਲੈ ਰਿਹਾ। ਅਸ਼ਪ੍ਰੀਤ ਖੜਿਆਲ ਤੁਹਾਡੇ ਕੋਲ ਵੀ ਆਵਾਂਗਾ, ਭੁੱਲਰ ਸਾਹਿਬ ਤੁਹਾਡੇ ਕੋਲ ਵੀ ਆਵਾਂਗਾ, ਤੇ ਆਖਰੀ ਹਿੱਸੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਕੋਰ ਸੈਂਟਰ ਜਿਹੜਾ ਇਸ ਸਾਰੀ ਡਿਸਕਸ਼ਨ ਦਾ ਹੈਗਾ ਕਿਸਾਨ, ਉਸ ਤੇ ਜਿਹੜਾ ਹੈਗਾ BJP ਕੀ ਤਿਆਰੀ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇਸ਼ਾਰਾ ਹੈਗਾ ਕਿ ਉਸ ਇਸ਼ਾਰੇ ਤੇ BJP ਕੁਝ ਐਕਸ਼ਨ ਲੈਣ ਵਾਲੀ ਹੈ, ਕੀ ਤਿਆਰੀ ਹੋਏਗੀ, ਔਰ ਉਸ ਵੋਟ ਬੈਂਕ ਨੂੰ ਲੈ ਕੇ, ਕਿਉਂਕਿ ਕਿਸਾਨ ਵੋਟ ਬੈਂਕ ਰਿਹਾ, ਇਹ ਬਹੁਤ ਕੌੜਾ ਸੱਚ ਹੈਗਾ ਸਿਆਸੀ ਧਿਰਾਂ ਲਈ, ਜਿਹੜਾ ਸਭ ਤੋਂ ਵੱਡਾ ਵੋਟ ਬੈਂਕ ਬਣਿਆ ਜਾਂਦਾ ਕਿਸਾਨ, ਉਸ ਨੂੰ ਲੈ ਕੇ ਬਾਕੀ ਧਿਰਾਂ ਕੀ ਕਰ ਰਹੀਆਂ ਨੇ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇਹ ਸਮਝਦੇ ਹਾਂ। ਮੁੜ ਸਵਾਗਤ ਕਰਦੇ ਹਾਂ ਦਰਸ਼ਕਾਂ ਦਾ। ਪੰਜਾਬ ਲਈ ਭਾਜਪਾ ਦਾ ਪਲਾਨ ਕੀ ਹੈਗਾ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਵਾਲ ਇੱਕੋ ਹੈਗਾ ਜਿਸ ਦਾ ਜਵਾਬ ਲੱਭ ਰਹੇ ਹਾਂ। 2022 ਦੇ ਸਿਆਸੀ ਦੰਗਲ ਦੇ ਲਈ ਭਾਜਪਾ ਦੇ ਨੇ ਕਿਹੜੇ ਪੱਤੇ ਜਿਹੜਾ ਹੈਗਾ ਉਹ ਤਿਆਰ ਕੀਤੇ ਨੇ, ਇਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਰਜੀਤ ਭੁੱਲਰ ਸਾਹਿਬ, ਜਿਹੜੇ ਮਸਲੇ ਤੇ ਸਭ ਤੋਂ ਵੱਡਾ ਇਸ ਵੇਲੇ ਦਾਰੋਮਦਾਰ ਹੈਗਾ ਪੰਜਾਬ ਦੀ ਸਿਆਸਤ ਦਾ, ਕਿਸਾਨੀ ਦਾ ਮਸਲਾ, ਉਸ ਕਿਸਾਨ ਦੇ ਲਈ ਕਿਸ ਤਰੀਕੇ ਦਾ ਮਾਹੌਲ ਜਿਹੜਾ ਹੈਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਖੇਤੀ ਕਾਨੂੰਨ ਰੱਦ ਹੋ ਜਾਣਗੇ, ਫਿਰ ਮੈਂ ਕੁਝ ਸੋਚ ਸਕਦਾ ਸ਼ਾਇਦ BJP ਦੇ ਨਾਲ ਚੱਲ ਜਾਇਆ, ਉਸ ਦੇ ਨਾਲ ਅਲਾਇੰਸ ਕਰ ਲਾਂ। ਹਾਲਾਂਕਿ ਉਹਨਾਂ ਨੇ ਆਪਣੀ ਨਵੀਂ ਪਾਰਟੀ ਜਿਹੜਾ ਹੈਗਾ ਉਹ ਅਨਾਉਂਸ ਕਰ ਦਿੱਤੀ ਹੈ। ਦੇਖੋ, ਇਸ ਤਰ੍ਹਾਂ ਹੈਗਾ, ਜਿਸ ਤੱਕ ਕਿਸਾਨੀ ਮਸਲੇ ਦਾ ਸਵਾਲ ਹੈਗਾ, ਕਿਸਾਨੀ ਮਸਲੇ ਦੇ ਵਿੱਚ ਅਗਰ ਅੱਜ ਇਹ ਕਾਨੂੰਨ ਵਾਪਸ ਵੀ ਲੈ ਲੈਣਗੇ ਤੇ ਜਿਹੜੀਆਂ 700 ਸਿਵੇ ਜਿਹੜੇ ਪਿੰਡਾਂ 'ਚ ਜਲੇ ਹੈ, ਉਹ ਕਿਸਾਨ ਲੋਕ ਭੁੱਲ ਜਾਣਗੇ। ਉਹ ਸਿਵੇ ਤੇ ਬਲੇ ਹੀ ਹੈ ਨਾ ਪਿੰਡਾਂ ਦੇ ਵਿੱਚ, ਔਰ ਇਹਨਾਂ ਵਜ੍ਹਾ ਕਰਕੇ ਬਲੇ ਨੇ। ਇਸ ਕਰਕੇ ਇਹ ਜੋ ਮਰਜ਼ੀ ਕਰ ਲੈਣ, ਕਿਸਾਨ ਹੁਣ ਸਮਝ ਚੁੱਕੇ ਨੇ ਇਹਨਾਂ ਨੂੰ ਵੀ ਜੇ ਅੱਜ ਪੰਜਾਬ 'ਚ ਕਿਤੇ ਇਹਨਾਂ ਦੀ ਮਦਦ ਕਰਤੀ, ਇਹ ਦੁਬਾਰਾ ਵੀ ਇਹੋ ਜਿਹਾ ਕੰਮ ਕਰ ਸਕਦੇ ਆ। ਔਰ ਦੂਜੀ ਜਿਹੜੀ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਵਾਹਗਾ ਬਾਰਡਰ ਖੁੱਲਣਾ ਚਾਹੀਦਾ, ਔਰ ਨਹੀਂ ਖੁੱਲਣਾ, ਕਿਉਂਕਿ ਜੇ ਉਹ ਖੁੱਲ ਜਾਏਗਾ ਤੇ ਅਡਾਨੀ ਦੀ ਬੰਦਰਗਾਹ ਨੂੰ ਫਿਰ ਫਾਇਦਾ ਕਿੱਥੋਂ ਹੋਏਗਾ? ਸਾਰਾ ਵਪਾਰ ਤਾਂ ਹੁਣ ਉੱਥੋਂ ਆ ਰਿਹਾ, ਔਰ ਗੁਜਰਾਤ ਨੂੰ ਫਾਇਦਾ ਕਿੱਥੋਂ ਹੋਏਗਾ? ਜਿਹੜੀ ਦੂਸਰੀ ਗੱਲ ਹੈ, ਜਿਸ ਤਰ੍ਹਾਂ ਸੋਢੀ ਸਾਹਿਬ ਕਹਿੰਦੇ ਇੰਡਸਟਰੀ ਜਿਹੜੀ ਗੱਲ ਚੱਲਦੀ ਸੀ, ਜਿਨ੍ਹਾਂ ਨੇ 에ਅਰ ਇੰਡੀਆ ਬੰਦ ਕਰ ਦਿੱਤੀ ਹੋਵੇ, ਵੇਚ ਦਿੱਤੀ ਹੋਵੇ, ਜਿਨ੍ਹਾਂ ਨੇ ਆਰਡੀਨੈਂਸ ਕੇਬਲ ਦੀ ਜਿਹੜੀ ਫੈਕਟਰੀ ਇੱਥੇ ਚੰਡੀਗੜ੍ਹ ਦੇ ਵਿੱਚ ਸੀ, ਉਹ ਫੈਕਟਰੀਆਂ ਪ੍ਰਾਈਵੇਟ ਹੱਥਾਂ 'ਚ ਵੇਚ ਦਿੱਤੀਆਂ ਹੁਣ, ਜਿਨ੍ਹਾਂ ਨੇ 에ਅਰਪੋਰਟ ਵੇਚਤੇ, ਰੇਲਵੇ ਸਟੇਸ਼ਨ ਵੇਚਤੇ, BSNL ਵੇਚਤੀ, ਇੰਸ਼ੋਰੈਂਸ ਕੰਪਨੀਆਂ ਵੇਚਤੀਆਂ, ਉਹ ਨਵੀਂ ਇੰਡਸਟਰੀ ਦੀ ਗੱਲ ਕਿੱਥੋਂ ਕਰਨਗੇ? ਸਰਕਾਰ ਦੇ ਅਦਾਰੇ ਸਾਰੇ ਵੇਚੀ ਜਾਂਦੇ ਨੇ ਇਹ। ਔਰ ਦੂਜੇ ਪਾਸੇ ਜਿਹੜੇ ਕਾਂਗਰਸ ਵੀ ਹੈ, ਤੁਹਾਡੇ ਕੋਲ ਬਹੁਤ ਵੱਡੀ ਇੱਕ ਉਦਾਹਰਨ ਹੈ ਮੋਹਾਲੀ ਦੀ ਹੋਈ ਵੀ JCD ਜਿਹੜੀ ਹੈ 90 ਕਰੋੜ ਦੀ ਲੈ ਕੇ 480 ਕਰੋੜ ਦੀ 4 ਦਿਨਾਂ 'ਚ ਵੇਚਤੀ ਅੱਗੇ, ਔਰ ਇਹਨਾਂ ਦੇ ਮੰਤਰੀ ਡਾਇਰੈਕਟਲੀ ਇਨਵੋਲਵ ਸੀਗੇ, ਹਾਈ ਕੋਰਟ ਨੇ ਉਹ ਰੁਕਵਾਇਆ, ਉਹ ਤੇ ਕੋਈ ਐਕਸ਼ਨ ਨਹੀਂ ਹੈਗਾ। ਇਸ ਕਰਕੇ ਇਹਦੇ ਲੁੱਟਣ ਤੇ ਲੱਗੇ ਹੋਏ ਨੇ, ਚਾਹੇ ਉਹ ਕਾਂਗਰਸ ਹੈ ਅੱਜ ਤਰੀਕ 'ਚ ਪੰਜਾਬ ਦੇ ਵਿੱਚ, ਚਾਹੇ BJP ਸੈਂਟਰ ਦੇ ਵਿੱਚ ਹੈ। ਜਿਹੜੀ ਗੱਲ ਕਹਿੰਦੇ ਵੀ ਕਰਪਸ਼ਨ ਬੰਦ ਹੋ ਜਾਏਗੀ, ਕਰਪਸ਼ਨ ਤੇ ਆਪ ਚੱਲ ਰਹੀ ਹੈ ਇਸ ਟਾਈਮ। ਤੁਸੀਂ ਜਿੱਥੇ ਮਰਜ਼ੀ ਦੇਖ ਲਓ, ਤੁਸੀਂ ਜੇ ਤੁਸੀਂ ਅਦਾਰੇ ਵੇਚ ਰਹੇ ਹੋ ਤਾਂ ਕਰਪਸ਼ਨ ਹੀ ਕਰ ਰਹੇ ਉਹਨਾਂ ਦੇ ਵਿੱਚੋਂ ਦੀ। ਜੇ ਤੁਸੀਂ ਕਿਸਾਨ ਦੀ ਜਿਹੜੀ ਜ਼ਮੀਨ ਹੈ, ਜਿਹੜੀ ਤੁਸੀਂ ਪੰਜਾਬ ਦੀ ਐਕਵਾਇਰ ਕਰ ਰਹੇ ਹੋ 25,000 ਏਕੜ, ਔਰ ਜਿਹੜੀ ਕਰੋੜ ਦੀ ਬਣਦੀ ਹੈ, ਤੁਸੀਂ ਉਹ ਅੱਧੇ ਭਾਅ ਤੇ ਲੈ ਰਹੇ ਹੋ, ਹੋਰ ਕਰ ਕੀ ਰਹੇ ਹੋ ਤੁਸੀਂ? ਠੀਕ ਹੈ ਅਰਸ਼ਪ੍ਰੀਤ ਖੜਿਆਲ, ਇਹ ਜਿਹੜਾ ਸਿਨੈਰੀਓ ਹੈਗਾ, ਇਸ ਦੇ ਵਿੱਚ ਇੱਕ ਹੋਰ ਸਵਾਲ ਮੈਂ ਐਡ ਆਨ ਕਰ ਦਵਾਂ ਕਿਸਾਨ ਦੇ ਮਸਲੇ ਦੇ ਨਾਲ ਜਿਹੜੇ ਨੈਸ਼ਨਲਿਜ਼ਮ ਦੀ ਗੱਲ ਆ ਰਹੀ ਹੈ, ਕਿਉਂਕਿ BJP ਦੇ ਮਿਨਿਸਟਰ ਜਦੋਂ ਚੰਡੀਗੜ੍ਹ ਆਏ, ਉਹਨਾਂ ਨੇ ਸਾਰੇ ਮਸਲੇ ਨੂੰ ਨੈਸ਼ਨਲਿਜ਼ਮ ਦੇ ਨਾਲ ਜੋੜ ਕੇ ਪੇਸ਼ ਕਰਤਾ। ਪੰਜਾਬ ਸਰਕਾਰ ਜਿਹੜੀ ਪ੍ਰੈਜ਼ੈਂਟ ਹੈਗੀ ਹੈ, ਉਸ ਤੇ ਇਸ ਤਰੀਕੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਤੁਸੀਂ BSF ਗੱਲ ਕਰ ਰਹੇ ਹੋ? ਜੀ ਦੇਖੋ, BSF ਐਕਟ ਜਿਹੜਾ ਹੈਗਾ ਉਹਦਾ 40 ਕਲੌਜ਼ 2 ਬੜਾ ਕਲੀਅਰ ਹੈ ਕਿ ਸਟੇਟ ਦੀ ਐਗਰੀਮੈਂਟ ਦੀ ਜ਼ਰੂਰਤ ਹੈ ਇਸ ਚੀਜ਼ ਲਈ। ਸਟੇਟ ਦੀ ਐਗਰੀਮੈਂਟ ਨਹੀਂ ਗਈ, ਇਸ ਚੀਜ਼ ਦੀ ਮੰਗ ਕਦੇ ਨਹੀਂ ਹੋਈ, ਡਿਮਾਂਡ ਕਦੇ ਨਹੀਂ ਹੋਈ, ਤੇ ਜੇ ਕਹਿੰਦੇ ਹੋਈ ਹੈ ਜਾਂ ਕੋਈ ਪਾਰਟੀ ਕਹਿੰਦੀ ਹੈ, ਉਹਦਾ ਰਿਟਨ
ਸਬੂਤ ਦਿਖਾ ਦੇਣ, ਜੇ ਨਹੀਂ ਦਿਖਾ ਸਕਦੇ ਤਾਂ ਮਤਲਬ ਝੂਠ ਬੋਲ ਰਹੇ ਆ। ਦੂਜੀ ਗੱਲ, ਪੰਜਾਬ ਬੀਜੇਪੀ ਲਈ ਤੇ ਪੰਜਾਬੀ ਲਾਸਟ ਪ੍ਰਾਇੋਰਿਟੀ ਹੈ, ਲਾਸਟ ਚੀਜ਼ ਹੈ ਜਿਹਦੀ ਇਹ ਪਰਵਾਹ ਕਰਦੇ, ਜਿਹਦੀ ਫਿਕਰ ਕਰਦੇ, ਉਹਦਾ ਐਗਜ਼ਾਮਪਲ ਹੈ ਪੰਜਾਬੀ ਜਿਹੜਾ ਸਬਜੈਕਟ ਉਹ ਡ੍ਰੌਪ ਹੋ ਚੁੱਕਿਆ ਬੜੀਆਂ ਥਾਵਾਂ ਤੇ, ਬੜੇ ਕਰਿਕੂਲਮਸ, ਬੜੇ ਸਕੂਲਸ ਦੇ ਵਿੱਚ। ਇਹ ਫੈਕਟ ਹੈ। ਪੰਜਾਬੀ ਐਜ਼ ਲੈਂਗੁਏਜ ਵੀ ਬਹੁਤ ਥਾਵਾਂ ਤੇ ਡ੍ਰੌਪ ਹੋਈ ਹੈ, ਇਹ ਵੀ ਫੈਕਟ ਬੀਜੇਪੀ ਨੇ ਜਾਣਬੁੱਝ ਕੇ ਕੀਤਾ, ਕਿਉਂਕਿ ਪੰਜਾਬ ਇਹਨਾਂ ਨੂੰ ਪਤਾ ਹੈ ਕਿ ਸਾਨੂੰ ਵੋਟ ਨਹੀਂ ਦਿੰਦਾ, ਅਸੀਂ ਇਹਨਾਂ ਨੂੰ ਕੱਢ ਕੇ ਬਾਹਰ ਮਾਰਾਂਗੇ, ਇਹਨਾਂ ਨੂੰ ਇਹ ਵੈਂਡੇਟਾ ਪੋਲਿਟਿਕਸ ਇੰਡਲਜ ਕਰਦੇ ਆ। ਤੀਜਾ, ADR ਦੀ ਰਿਪੋਰਟ ਹੈ, ਮੈਕਸਿਮਮ ਕ੍ਰਿਮੀਨਲ ਕੇसेस ਜਿਹੜੇ ਬੀਜੇਪੀ ਦੇ MLA MPs ਖਿਲਾਫ ਪੈਂਡਿੰਗ ਹੈ ਪੂਰੇ ਹਿੰਦੁਸਤਾਨ ਦੇ ਵਿੱਚ। ਇਹ ਪਾਰਟੀਜ਼ ਕੰਪਰਾਈਜ਼ਡ ਆਫ ਕ੍ਰਿਮੀਨਲਸ। ਤੀਜਾ, ਬੀਜੇਪੀ ਪੰਜਾਬ 'ਚ ਕਹਿੰਦੀ ਅਸੀਂ 117 ਸੀਟਾਂ ਅਸੀਂ ਦੇਖੋ ਕੰਟੈਸਟ ਕਰਾਂਗੇ, ਆਲਰੇਡੀ ਅਨਾਉਂਸ ਕਰ ਰਹੇ ਕਿ ਸਾਨੂੰ ਇੱਕ ਅਲਾਈਅੰਸ ਪਾਰਟਨਰ ਦੀ ਲੋੜ ਹੈ। ਅਲਾਈਅੰਸ ਦੀ ਉਹਨੂੰ ਲੋੜ ਹੁੰਦੀ ਹੈ ਜਿਹਨੂੰ ਲਾਠੀ ਦਾ ਸਹਾਰਾ ਚਾਹੀਦਾ ਹੁੰਦਾ, ਜਿਹੜਾ ਕਮਜ਼ੋਰ ਹੁੰਦਾ ਹੈ, ਜਿਹੜਾ ਆਪਦੇ ਬਲਬੂਤੇ ਤੇ ਜਿੱਤ ਨਹੀਂ ਸਕਦਾ ਹੁੰਦਾ। ਤਾਂ ਇੱਥੋਂ ਵੀਕਨੈਸ ਪਤਾ ਲੱਗਦੀ ਹੈ ਇਹਨਾਂ ਦੀ। ਚੌਥਾ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਅੱਜ ਵੀ ਹੈਂਡ ਇਨ ਗਲਵਜ਼ ਹੈ, ਅੰਡਰ ਦ ਟੇਬਲ ਇਹਨਾਂ ਦੇ ਹੱਥ ਜੁੜੇ ਹੋਏ ਹੈ। ਦੇਖੋ ਕ੍ਰਿਸ਼ੀ ਕਾਨੂੰਨ, ਤੁਹਾਨੂੰ ਇੱਕ ਚੀਜ਼ ਦੱਸਣਾ, ਇੱਕ ਕਾਪੀ ਹੈ ਕੰਟਰੈਕਟ ਫਾਰਮਿੰਗ ਐਕਟ ਦੀ 2013 ਦੀ। ਉਹਦੇ ਵਿੱਚ 4 ਸਾਲ ਤੱਕ ਸਜ਼ਾ ਹੋ ਸਕਦੀ ਸੀ ਕਿਸਾਨਾਂ ਨੂੰ। ਉਦੋਂ ਕਾਂਗਰਸ ਨੇ ਠੋਕ ਕੇ ਇਸ ਚੀਜ਼ ਦਾ ਵਿਰੋਧ ਕੀਤਾ। ਤਿੰਨੇ ਬਾਦਲਸ ਨੇ ਵਿਦ ਡਿਊ ਰਿਸਪੈਕਟ, ਵੱਡੇ ਬਾਦਲ ਸਾਹਿਬ ਨੇ, ਸੁਖਬੀਰ ਬਾਦਲ ਸਾਹਿਬ ਨੇ, ਮੈਡਮ ਬਾਦਲ ਨੇ ਹੱਕ ਦੇ ਵਿੱਚ ਕ੍ਰਿਸ਼ੀ ਕਾਨੂੰਨਾਂ ਦੇ ਵੀਡੀਓਜ਼ ਬਣਾਈਆਂ। ਜਿਹੜੇ ਬੀਜੇਪੀ ਉਹਨਾਂ ਨੇ ਕਿਹਾ ਕਿ ਵੱਡੇ ਬਾਦਲ ਸਾਹਿਬ ਨੂੰ ਪੁੱਛਿਆ ਗਿਆ ਸੀ ਕੀਤਾ ਜਾਵੇ, ਕਿਵੇਂ ਕੀਤਾ ਜਾਵੇ, ਤੇ ਵੱਡੇ ਬਾਦਲ ਸਾਹਿਬ ਨੇ ਇਨਪੁਟ ਦਿੱਤਾ। ਤੇ ਚੀਜ਼ਾਂ ਨੂੰ ਇਹ ਵੀ ਚੁਕਲਾ ਨਹੀਂ ਸਕਦੇ। ਨਾਲੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਕਿ ਬੀਜੇਪੀ ਪੋਲਿਟਿਸਾਈਜੇਸ਼ਨ ਹਰੇਕ ਚੀਜ਼ ਦੀ ਕਰਦੀ। ਤੁਸੀਂ ਦੇਖੋ 11 ਰਾਉਂਡ ਆਫ ਟਾਕਸ ਤੋਂ ਬਾਅਦ ਇਹਨਾਂ ਨੇ ਗੱਲ ਖਤਮ ਕਰਤੀ ਕਿਸਾਨਾਂ ਨਾਲ। ਹੁਣ ਜਦੋਂ ਇਲੈਕਸ਼ਨ ਦੇ ਅਸਰ ਤੇ ਇਹ ਕਹਿ ਰਹੇ ਕਿ ਆਓ ਸਾਡੇ ਨਾਲ ਗੱਲ ਕਰੋ। ਮੋਦੀ ਸਾਹਿਬ ਸਿੰਗਾਪੁਰ ਦੇ ਲੋਕਾਂ ਨੂੰ, ਸ਼੍ਰੀਲੰਕਾ ਦੇ ਲੋਕਾਂ ਨੂੰ ਵਿਸ਼ ਕਰਦਾ ਜਨਮ ਦਿਨਾਂ ਤੇ, ਸਿੰਘੂ ਬਾਰਡਰ ਤੇ ਬੈਠੇ ਕਿਸਾਨਾਂ ਲਈ ਇੱਕ ਲਫ਼ਜ਼ ਨਹੀਂ ਕਿਹਾ। ਤੇ ਹੁਣ ਜੋ ਇਲੈਕਸ਼ਨਸ ਆ ਗਏ, ਹੁਣ ਇਹ ਕਹਿ ਰਹੇ ਆਓ ਸਾਡੇ ਨਾਲ ਗੱਲ ਕਰੋ। ਪਹਿਲੀ ਗੱਲ ਤਾਂ ਬੀਜੇਪੀ ਨੂੰ ਇਹ ਚੀਜ਼ ਦੀ ਗਾਰੰਟੀ ਦੇਣੀ ਪਊਗੀ ਕਿ MSP ਦਿੱਤੀ ਜਾਊਗੀ, ਜਿਹੜੇ ਕੇਸ ਗਲਤ ਦਰਜ ਹੋਏ ਕਿਸਾਨਾਂ ਖਿਲਾਫ ਵਾਪਸ ਲਏ ਜਾਣਗੇ, ਤੇ ਕ੍ਰਿਸ਼ੀ ਕਾਨੂੰਨ ਇਹ ਕਹਿੰਦੇ ਅਮੈਂਡ ਕਰਾਂਗੇ। ਅਮੈਂਡ ਨਹੀਂ, ਉਹਨਾਂ ਨੂੰ ਰੱਦ ਕਰਨਾ ਪੈਣਾ, ਉਹ ਤੋਂ ਬਾਅਦ ਗੱਲ ਵਧੂਗੀ। ਲਾਸਟ ਬਟ ਨਾਟ ਦ ਲੀਸਟ, ਬੀਜੇਪੀ ਪਾਸ ਕੀਤਾ ਕ੍ਰਿਸ਼ੀ ਕਾਨੂੰਨਾਂ ਦਾ, ਇਹ ਕਿਸਾਨ ਵਿਰੋਧੀ ਹੈ। ਸ਼੍ਰੋਮਣੀ ਅਕਾਲੀ ਕੰਟਰੈਕਟ ਫਾਰਮਿੰਗ ਐਕਟ ਲੈ ਕੇ ਆਏ, ਨਾਲੇ ਨਾਲ ਖੜੇ, ਨਾਲੇ ਠੀਕ ਹੈ ਅਰਸ਼ਪ੍ਰੀਤ ਖੜਿਆ। ਠੀਕ ਹੈ ਦਿਆਲ ਥੋੜੀ ਸਾਹਿਬ, ਦਿਆਲ ਥੋੜੀ ਬਿਲਕੁਲ ਲਾਸਟ ਮਾੜਾ ਜਵਾਬ ਦੇ ਦਵਾਈ। ਇੱਕ ਮਿੰਟ ਪੁੱਲ ਸਾਹਿਬ, ਇੱਕ ਮਿੰਟ ਦਿਆਲ ਥੋੜੀ ਸਾਹਿਬ। ਠੀਕ ਹੈ ਖੜਿਆਲ ਸਾਹਿਬ, ਠੀਕ ਹੈ ਟਿਕਨ। ਆਮ ਆਦਮੀ ਪਾਰਟੀ ਨੇ 23 ਨਵੰਬਰ ਵਾਇਆ ਗਜ਼ਟ ਨੋਟੀਫਿਕੇਸ਼ਨ ਕ੍ਰਿਸ਼ੀ ਕਾਨੂੰਨ ਪਾਸ ਕੀਤੇ। ਇਹਨਾਂ ਕਹਿਣਾ ਚਾਹਣਾ ਹੈ 23 ਨਵੰਬਰ ਨੂੰ ਵਾਇਆ ਗਜ਼ਟ ਨੋਟੀਫਿਕੇਸ਼ਨ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਕ੍ਰਿਸ਼ੀ ਕਾਨੂੰਨ ਪਾਸ ਕੀਤੇ। ਤਿੰਨੇ ਕਿਸਾਨ ਵਿਰੋਧੀ ਪਾਰਟੀ ਤੇ ਕਾਂਗਰਸ ਜਿੰਨਾ ਛੋਟੀ ਸਾਹਿਬ MSP ਦੀ ਕਿਸਾਨ ਕਿਵੇਂ ਮੰਨਣਗੇ ਸਿਆਸੀ ਘਮਸਾਨ ਤੋਂ ਪਹਿਲਾਂ? ਖੜੀ ਰਹੂਗੀ। ਦੇਖੋ ਗਗਨ ਜੀ, ਗੱਲ ਇਸ ਤਰ੍ਹਾਂ ਹੈ ਕਿ ਕਿਸਾਨਾਂ ਦੇ ਨਾਲ ਭਾਰਤ ਸਰਕਾਰ ਹਮੇਸ਼ਾ ਗੱਲ ਕਰਨ ਵਾਸਤੇ ਤਿਆਰ ਹੈ, ਕੋਈ ਇਹੋ ਜੀ ਗੱਲ ਨਹੀਂ ਹੈ। ਲੇਕਿਨ ਮੈਂ ਖੰਡਿਆਲ ਸਾਹਿਬ ਦਾ ਜਵਾਬ ਦੇਣਾ ਚਾਹੁੰਦਾ, ਛੱਜ ਤਾਂ ਬੋਲੇ, ਸ਼ਾਨ ਨੀਤੀ ਬੋਲੇ। 2017 ਦੇ ਵਿੱਚ ਇਹ ਜਿਹੜੇ ਕਾਨੂੰਨ ਨੇ ਪ੍ਰਾਈਵੇਟ ਮੰਡੀ ਵਾਲੇ, ਖੰਡਿਆਲ ਸਾਹਿਬ ਦੀ ਜਿਹੜੀ ਸਰਕਾਰ ਹੈ ਉਹ ਲਾਗੂ ਕਰੀ ਬੈਠੀ ਹੈ, ਪਹਿਲੀ ਗੱਲ। ਦੂਜੀ ਗੱਲ, ਜੇ ਇਹ ਕਿਸਾਨ ਹਤੈਸ਼ੀ ਸੀਗੇ ਤੇ ਫਿਰ MSP ਦਾ ਡਰਾਮਾ ਕੋ ਕੀਤਾ, ਕੱਲੀ ਕਣਕ ਤੇ ਝੋਨੇ ਤੇ ਦਿੱਤੀ, ਤੇ ਹੁਣ ਵੀ ਫਿਰ ਸਾਰੀਆਂ ਫਸਲਾਂ ਤੇ ਦੇ ਦਿਓ MSP। ਚਲੋ ਇਹ ਨਹੀਂ ਹੈਗੇ ਤੁਸੀਂ ਹਿਤੈਸ਼ੀ ਹੈਗੇ ਹੋ, ਇਹ ਨਹੀਂ ਹੈਗੇ ਤੁਸੀਂ ਹੈਗੇ ਹੋ, ਤੁਸੀਂ ਮਨਾਓਗੇ ਕਿਵੇਂ? ਮੈਨੂੰ ਤਕਰੀਬਨ ਸਾਲ ਹੋਣ ਵਾਲਾ ਹੈ ਸਰ। ਪੂਰੀ ਕਰ ਲੈਣ ਗਗਨ ਜੀ, ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਜਿਹੜੀ ਭੁੱਲਰ ਸਾਹਿਬ ਨੇ ਗੱਲ ਕੀਤੀ ਹੈ, ਉਹ 2017 ਦੇ ਵਿੱਚ ਪੰਜਾਬ ਸਰਕਾਰ ਨੇ ਕਲੈਕਟਰ ਰੇਟ ਘਟਾਤੇ ਸੀ, ਔਰ ਜਿਹੜੀ ਭਾਰਤਮਾਲਾ ਦੇ ਵਿੱਚ ਜ਼ਮੀਨ ਆਈ ਹੈ, ਮੈਂ ਉਸ ਕਮੇਟੀ ਦਾ ਮੈਂਬਰ ਹੈ। ਅਸੀਂ ਉਹਦੀਆਂ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਗਡਕਰੀ ਸਾਹਿਬ ਕੋਲੇ ਲੈ ਕੇ ਗਏ ਆ, ਔਰ RO ਨੂੰ ਅਸੀਂ ਚੰਡੀਗੜ੍ਹ ਮਿਲ ਕੇ ਉੱਥੇ ਆਪਣੇ ਪੰਚਕੂਲੇ ਉਹ ਸਾਰੇ ਮਸਲੇ ਹੱਲ ਕਰਾ ਦਿੱਤੇ ਉਹਨਾਂ ਦੇ। ਚਾਹੇ ਉਹ ਸਰਵਿਸ ਲੇਨ ਦਾ ਮਸਲਾ ਸੀ 15 ਫੁੱਟ ਦਾ, ਚਾਹੇ ਉਹ ਅੰਡਰਪਾਸ ਦਾ ਮਸਲਾ ਸੀ, ਕਵੈਨ ਨਗਾਉਣ ਦਾ, ਚਾਹੇ ਉਹ ਜਿਹੜੀ ਇਹਨਾਂ ਨੇ ਟੂਬਵੈਲ ਦੀ ਗੱਲ ਕੀਤੀ ਹੈ ਕਿ ਜ਼ਮੀਨ ਵੰਡੀ ਗਈ, ਉਹਨਾਂ ਨੇ ਉੱਥੋਂ ਦੀ ਨਿਕਾਸੀ ਦੇਣ ਦੀ ਵੀ ਪੂਰੀ ਪ੍ਰਵਾਨਗੀ ਦੇ ਦਿੱਤੀ ਹੈ। ਔਰ 3 ਸਾਲ ਦੀ ਜਿਹੜੀ ਸਭ ਤੋਂ ਵੱਡੀ ਰਜਿਸਟਰੀ ਹੋਊਗੀ ਉਹ ਸਾਰਿਆਂ ਦੇ ਉੱਤੇ ਲਾਗੂ ਕਰਕੇ ਉਹਨਾਂ ਨੂੰ ਉਜਾੜਾ ਭੱਤਾ ਵੀ ਪੂਰਾ ਦੇਣਾ ਹੈ, ਉਹਨਾਂ ਨੂੰ ਵਸਾਓ ਭੱਤਾ ਵੀ ਪੂਰਾ ਦੇਣਾ ਹੈ। ਸਰ ਸਵਾਲ ਉੱਥੇ ਖੜਾ ਹੈ, ਮੈਂ ਬਿਲਕੁਲ ਦਾਅਵੇ ਨਾਲ ਕਹਿਣਾ ਹੈ। ਸਰ ਜਿਹੜੇ ਸਿੰਘੂ ਬਾਰਡਰ ਤੇ ਬੈਠੇ ਉਹਨਾਂ ਨੂੰ ਕਿਵੇਂ ਮਨਾਓਗੇ? ਸਵਾਲ ਇਹ ਹੈ। ਉਹਨਾਂ ਨੂੰ ਸਾਡੀ ਜ਼ਿੰਮੇਵਾਰੀ ਆ, ਅਸੀਂ ਮਨਾਵਾਂਗੇ। ਦੂਜੀਆਂ ਪਾਰਟੀਆਂ ਨੂੰ ਨਹੀਂ ਫਿਕਰ ਹੋਣਾ ਚਾਹੀਦਾ। ਅੱਜ ਮੈਨੂੰ ਇੱਕ ਗੱਲ ਦੱਸੋ, ਚਲੋ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਕਹਿੰਦੇ ਹੋ ਕਿ ਕਿਸਾਨ ਵਿਰੋਧੀ ਹੈ, ਅੱਜ ਮੈਨੂੰ ਐ ਦੱਸੋ ਕਾਂਗਰਸ ਦੇ ਜਿਹੜੇ MLA ਮਿਨਿਸਟਰ ਨੇ ਉਹਨਾਂ ਦੇ ਪੰਜਾਬ 'ਚ ਘਰਾਓ ਕਿਉਂ ਹੋ ਰਹੇ ਨੇ? ਮੇਰਾ ਜਵਾਬ ਦੇ ਦੇਣ ਇਸ ਗੱਲ ਦਾ, ਉਹਨਾਂ ਦੇ ਘਰਾਓ ਕਿਉਂ ਹੋ ਰਹੇ ਨੇ? ਲਾਸਟ ਕਮੈਂਟ ਪ੍ਰੋਫੈਸਰ ਮਨਜੀਤ ਸਿੰਘ, ਮੈਂ ਪੁਲਿਸ ਮਾਫੀ ਚਾਹਾਂਗਾ ਕਿਉਂਕਿ ਲਾਸਟ ਬਿਲਕੁਲ ਮੋਮੈਂਟ ਮੈਂ ਨੈਸ਼ਨਲਿਜ਼ਮ ਤੇ ਗੱਲ ਕਰਨੀ ਚਾਹੁੰਦਾ ਸੀਗਾ
ਕਿ ਸੋਢੀ ਸਾਹਿਬ ਸਾਨੂੰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮੰਤਰੀਆਂ ਤੋਂ ਸੰਤਰੀਆਂ ਤੋਂ ਨੈਸ਼ਨਲਿਜ਼ਮ ਦਾ ਪਾਠ ਪੜ੍ਹਨ ਦੀ ਲੋੜ ਨਹੀਂ ਹੈ। ਪੰਜਾਬੀਆਂ ਨੂੰ ਜਿਨ੍ਹਾਂ ਨੇ 85% ਫਾਂਸੀਆਂ ਚੱਲੀਆਂ ਹੋਣ, ਕਾਲੇ ਪਾਣੀ ਚੱਲੇ ਹੋਣ, ਕੁਰਬਾਨੀਆਂ ਦਿੱਤੀਆਂ ਹੋਣ ਔਰ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਇਹਨਾਂ ਨੇ ਹਿੱਸਾ ਲਿਆ ਹੋਵੇ। ਠੀਕ ਹੈ, ਲਾਸਟ ਕਮੈਂਟ ਪ੍ਰੋਫੈਸਰ ਮਨਜੀਤ ਸਿੰਘ, ਇਹ ਸਾਰਾ ਸਿਨੈਰੀਓ ਹੈਗਾ ਜਿਸ ਦੇ ਵਿੱਚ ਕਿਸਾਨੀ ਦੇ ਮਸਲੇ ਤੇ ਸਿੱਧਾ ਕੋਈ ਸੋਲੂਸ਼ਨ ਨਹੀਂ ਹੈਗਾ, ਪੰਜਾਬ ਦੇ ਮਸਲੇ ਤੇ ਕੋਈ ਸਿੱਧੀ ਗੱਲਬਾਤ ਨਹੀਂ ਹੈਗੀ, ਜਿਹੜੇ ਕੋਰ ਮਸਲੇ ਸੀਗੇ, ਨਵੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਨੇ, ਜਿਹੜੇ ਨਵੇਂ ਪੰਜਾਬ ਦੀ ਗੱਲ ਹੋ ਰਹੀ ਹੈ, ਉੱਥੇ ਜਿਹੜੀ ਗੱਲ ਫਿਰ ਹਰਸ਼ਪ੍ਰੀਤ ਖੜਿਆਲ ਕਹਿੰਦੇ ਨੇ ਕਿ ਜ਼ੀਰੋ ਤੇ ਜਾ ਕੇ ਖੜਦੀ ਹੈ ਬੀਜੇਪੀ, ਕਿਉਂ ਨਾ ਹਰਸ਼ਪ੍ਰੀਤ ਖੜਿਆਲ ਨੂੰ ਹੀ ਫਿਰ ਸਹੀ ਬਣ ਲਿਆ ਜਾਵੇ? ਦੇਖੋ, ਜਿਹੜੇ ਜਿੱਥੋਂ ਤੱਕ ਕਾਲੇ ਕਾਨੂੰਨਾਂ ਦਾ ਮਾਮਲਾ ਜਾਂ ਖੇਤੀ ਦਾ ਮਾਮਲਾ ਆ, ਭਾਵੇਂ ਉਹ ਮਜ਼ਦੂਰਾਂ ਦਾ ਵੀ ਮਾਮਲਾ ਹੋ, ਇਹ ਦੋਵਾਂ ਦੇ ਵਿੱਚ ਹੀ ਬੀਜੇਪੀ ਬਹੁਤ ਗਲਤ ਜਗ੍ਹਾ ਤੇ ਖੜੀ ਹੈ। ਅਫਸੋਸ ਨਾ ਕਹਿਣਾ ਪੈਂਦਾ, ਸੋਢੀ ਸਾਹਿਬ ਗੁੱਸਾ ਨਾ ਕਰਿਓ, ਇਹ ਕਾਨੂੰਨ ਲਿਆਉਣ ਦੀ ਲੋੜ ਨਹੀਂ ਸੀਗੀ। ਹੁਣ ਜੋ ਕਹਿੰਦੇ ਵਾਪਸ ਲਵਾਂਗੇ, ਲੈਣੇ ਵੀ ਪੈਣਗੇ, ਕਿਸਾਨ ਵਾਪਸ ਨਹੀਂ ਆਉਣੇ ਉਦੋਂ ਤੱਕ। ਫਿਰ ਇਹ ਸੂਬਿਆਂ ਦੇ ਅਧਿਕਾਰ ਖੇਤਰ 'ਚ ਇਹੋ ਜਿਹੀ ਇੰਟਰਫੀਰੈਂਸ ਕਰਨ ਦੀ ਲੋੜ ਨਹੀਂ ਸੀ। ਤੁਸੀਂ ਇਹ ਗੱਲ ਕਿ ਜਿਹੜੇ ਕਾਰਪੋਰੇਟ ਉਹਨਾਂ ਨੂੰ ਖੋਜ ਕਰਨ ਲਈ ਮਜ਼ਦੂਰਾਂ ਦੇ 44 ਕਾਨੂੰਨ ਜਿਹੜੇ ਉਹਨਾਂ ਨੇ ਲੰਮੀਆਂ ਹੜਤਾਲਾਂ ਕਰਕੇ 100 ਸਾਲ 'ਚ ਬਣਵਾਏ ਸੀ, ਉਹ ਭੰਨ ਤੋੜ ਕੇ ਰੱਦੀ ਦੀ ਟੋਕਰੀ 'ਚ ਸੁੱਟ ਕੇ 4 ਲੇਬਰ ਕੋਡ ਬਣਾਤੇ ਤੇ ਕਾਰਪੋਰੇਟਾਂ ਨੂੰ ਇਹ ਕਹਿਤਾ ਕਿ ਤੁਸੀਂ ਹਾਇਰ ਐਂਡ ਫਾਇਰ ਜੋ ਮਰਜ਼ੀ ਕਰੋ, ਤੁਹਾਨੂੰ ਖੁੱਲੀਆਂ ਛੁੱਟੀਆਂ, ਜਦੋਂ ਮਰਜ਼ੀ ਲੌਕਆਊਟ ਕਰੋ, ਅਸੀਂ ਤੁਹਾਨੂੰ ਖੁੱਲੀਆਂ ਛੁੱਟੀਆਂ ਦਿੰਨੇ। ਇਸ ਕਿਸਮ ਦਾ ਜਿਹੜਾ ਬੀਜੇਪੀ ਦਾ ਲੋਕ ਮਾਰੂ ਐਟੀਟਿਊਡ ਹੈ, ਭਾਵੇਂ ਉਹ ਕਿਸਾਨ ਆ ਭਾਵੇਂ ਮਜ਼ਦੂਰ ਆ, ਉਹ ਇਸ ਕਰਕੇ ਨਹੀਂ ਕਿ ਕੋਈ ਉਹਨਾਂ ਨੂੰ ਬਿਲਕੁਲ ਉਹਨਾਂ ਨਾਲ ਦੁਸ਼ਮਣੀ ਆ, ਉਹ ਇਸ ਕਰਕੇ ਲੋਕ ਮਾਰੂਗਾ ਕਿਉਂਕਿ ਉਹ ਕੁਝ ਕਾਰਪੋਰੇਟਾਂ ਨੂੰ ਖੁਸ਼ ਕਰਨਾ ਚਾਹੁੰਦੇ, ਉਹਨਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਤੇ ਦੇਸ਼ ਦੀ ਸਾਰੀ ਅਰਥ ਵਿਵਸਥਾ ਉਹਨਾਂ ਨੂੰ ਵੇਚ ਦੇਣਾ ਚਾਹੁੰਦੇ ਆ ਜਾਂ ਉਹਨਾਂ ਦੇ ਕੰਟਰੋਲ 'ਚ ਕਰਨਾ ਚਾਹੁੰਦੇ। ਔਰ ਉਹ ਕਾਰਪੋਰੇਟ ਜਿਹੜੇ ਫਰਦਰ ਵਰਲਡ ਬੈਂਕ, IMF ਤੇ ਉਹਨਾਂ ਨੇ WTO ਦੇ ਨਾਲ ਰਲ ਮਿਲ ਕੇ ਬਾਕੀ ਦੇਸ਼ਾਂ 'ਚ ਵੀ ਤੇ ਇੱਥੇ ਸਾਡੇ ਵਾਲੇ ਕਾਰਪੋਰੇਟ ਵੀ ਚੱਲੇ ਹੋਏ ਆ। ਇਹ ਸਾਰਾ ਸਿਨੈਰੀਓ ਆ ਜੀ ਕੀ ਬੀਜੇਪੀ ਹਿੰਮਤ ਕਰਕੇ, ਜਿਹੜੀ ਸਭ ਤੋਂ ਵੱਡੀ ਨੈਸ਼ਨਲਿਸਟ ਪਾਰਟੀ ਹੈ, ਉਹ ਨੇਸ਼ਨ ਦੇ ਪ੍ਰਤੀ, ਨੇਸ਼ਨ ਦਾ ਮਤਲਬ ਲੋਕ, ਨੇਸ਼ਨ ਦਾ ਮਤਲਬ ਜ਼ਮੀਨ ਨਹੀਂ ਹੈ, ਕੀ ਉਹ ਉਹਨਾਂ ਪ੍ਰਤੀ ਸੁਹਿਰਦ ਹੋਣਗੇ, ਕੀ ਉਹਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਉਹ ਤੇ ਪੂਰਾ ਉਤਰਨਗੇ, ਕੀ ਉਹ ਛੇਤੀ ਤੋਂ ਛੇਤੀ ਤਿੰਨੇ ਕਾਲੇ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਨੂੰ ਵਾਪਸ ਕਰਨਗੇ? ਇਹ ਸਾਰੇ ਸਵਾਲ ਤੁਹਾਡੇ ਸਾਹਮਣੇ ਲਗਾਤਾਰ ਰੋਜ਼ ਖੜੇ ਹੈਗੇ ਆ। ਜਿੰਨਾ ਛੇਤੀ ਤੁਸੀਂ ਇਹਨਾਂ ਤੇ ਅਮਲ ਕਰੋਗੇ, ਉਨਾ ਛੇਤੀ ਤੁਹਾਡੇ ਤੇ ਪੰਜਾਬੀਆਂ ਦਾ ਵੀ ਇੱਕ ਭਰੋਸਾ ਬਣੂਗਾ ਕਿ ਸ਼ਾਇਦ ਇਹ ਕੁਝ ਕਰ ਸਕਦੇ, ਸ਼ਾਇਦ ਕੁਝ ਕਰ ਸਕਣ। ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਢੀ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖੜਿਆਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਚਰਚਾ ਵਿੱਚ ਸ਼ਾਮਿਲ ਹੋਣ ਦੇ ਲਈ। ਸੋ ਬੀਜੇਪੀ ਦੇ ਲਈ ਸਵਾਲ ਸਿਰਫ ਇਹ ਨਹੀਂ ਹੈਗਾ ਕਿ ਪਲਾਨ ਕੀ ਹੈਗਾ, ਉਸ ਪਲਾਨ ਨੂੰ ਇੰਪਲੀਮੈਂਟ ਕਰਨ ਦੇ ਲਈ ਜੋ ਅਸਲ ਵਿੱਚ ਰਿਕੁਆਇਰਮੈਂਟ ਹੈਗੀ ਹੈ, ਕਾਰਪੋਰੇਟ ਦੇ ਹੱਥਾਂ 'ਚੋਂ ਆਪਣੇ ਆਪ ਨੂੰ ਕੱਢ ਕੇ ਔਰ ਅਸਲ ਵਿੱਚ ਨੇਸ਼ਨ ਦੇ ਲੋਕਾਂ ਦੀ, ਕਿਸਾਨਾਂ ਦੀ ਗੱਲ ਕਰਨਾ, ਉਹਨਾਂ ਦੇ ਹੱਕ ਵਿੱਚ ਖੜਨਾ। ਜਦੋਂ ਤੱਕ ਇਹ ਸਮਝ ਨਹੀਂ ਆਵੇਗਾ ਉਦੋਂ ਤੱਕ ਪਲਾਨ ਜਿਹੜੇ ਹੈਗੇ ਆ ਉਹ ਸਕਸੈਸਫੁਲ ਹੋ ਜਾਣਗੇ, ਉਹ ਕਾਮਯਾਬ ਹੋ ਜਾਣਗੇ। ਇਸ ਤੇ ਸਵਾਲ ਜਿਹੜੇ ਹੈਗੇ, ਇਸ ਤੇ ਸ਼ੰਕੇ ਜਿਹੜੇ ਹੈਗੇ ਲਗਾਤਾਰ ਬਰਕਰਾਰ ਰਹਿਣਗੇ। ਟੂ ਦਾ ਪੁਆਇੰਟ ਵਿੱਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।